ਹਾਲੇਲੂਇਆ। ਸੋ ਸਾਰੇ ਸਾਡੇ ਭੈਣਾਂ ਤੇ ਭਰਾਵਾਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਬੜਾ ਧੰਨਵਾਦ ਕਰਦੇ ਹਾਂ ਜੋ ਪਰਮੇਸ਼ਰ ਨੇ ਅੱਜ ਸਾਨੂੰ ਫਿਰ ਸਮਾਂ ਬਖਸ਼ਿਆ। ਇਹ ਉਹਦੀ ਕਿਰਪਾ ਆ, ਇਹ ਉਹਦੀ ਦਇਆ ਆ ਜੋ ਅਸੀਂ ਅੱਜ ਤੱਕ ਇਸ ਧਰਤੀ ਤੇ ਜਿਉਂਦੇ ਹਾਂ। ਸੋ ਪ੍ਰਭੂ ਦਾ ਬੜਾ ਧੰਨਵਾਦ ਕਰਦੇ ਮੇਰੇ ਜੀਜੋ। ਖੁਦਾ ਨੇ ਸਾਨੂੰ ਸਾਰਿਆਂ ਨੂੰ ਸੰਭਾਲਿਆ ਹੋਇਆ ਆ। ਸੋ ਅੱਜ ਦਾ ਜਿਹੜਾ ਵਚਨ ਹੈ ਵੀ ਅਸੀਂ ਹੋਰ ਬਰੀਕੀ ਦੇ ਨਾਲ ਇਸ ਗੱਲਾਂ ਦੀ ਜਾਂਚ ਪੜਤਾਲ ਕਰੀਏ ਕਿ ਸੱਚਮੁੱਚ ਯीशु मसीह ही प्रभु है, यीशु मसीह ही परमेश्वर है, यीशु मसीह ही पाप माफ करने वाला साडा परमेश्वर ते मुक्तिदाता है। सो आओ असी पवित्र कलाम दे विचों जाणांगे ते पहचानांगे परमेश्वर नूं। हालेलुया। सो अज दा विषय है आओ हम परमेश्वर को पहचाने। असी पढ़ांगे यूहन्ना दी इंजील 4 अध्याय ओहदी 22 ते 23 ऐत ते 24 ऐत। तुसी जे नूं नहीं जाणदे ਉਹਦੀ ਭਗਤੀ ਕਰਦੇ ਹੋ, ਅਸੀਂ ਉਹਦੀ ਭਗਤੀ ਕਰਦੇ ਹਾਂ ਜਿਹਨੂੰ ਜਾਣਦੇ ਹਾਂ। ਇਸ ਲਈ ਜੋ ਮੁਕਤੀ ਯਹੂਦੀਆਂ ਤੋਂ ਹੈ, ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੀ ਹੈ, ਜੋ ਸੱਚੇ ਭਗਤ ਆਤਮਾ ਅਰ ਸਚਾਈ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ਵਰ ਆਤਮਾ ਹੈ ਅਤੇ ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਭਈ ਉਹ ਆਤਮਾ ਅਤੇ ਸਚਾਈ ਨਾਲ ਭਗਤੀ ਕਰਨ। ਸੋ ਮੇਰੇ ਜੀਜੋ, ਪਰਮੇਸ਼ਰ ਦੇ ਵਚਨ ਦੇ ਵਿੱਚ ਇਹ ਗੱਲ ਲਿਖੀ ਹੈ, ਜਿਹੜੇ ਲੋਕ ਪਰਮੇਸ਼ਰ ਦੇ ਵਚਨ ਨੂੰ ਜਾਣਦੇ ਆ, ਜਿਹੜੇ ਪੜ੍ਹਦੇ ਆ, ਹਾਲੇਲੂਇਆ, ਉਹਨਾਂ ਨੂੰ ਪਰਮੇਸ਼ਰ ਨੇ ਇਹ ਗੱਲ ਲਿਖੀ ਹੈ ਕਲਾਮ ਦੇ ਵਿੱਚ। ਜਿਹੜੇ ਲੋਕ ਨਹੀਂ ਵੀ ਜਾਣਦੇ ਉਹਨਾਂ ਨੂੰ ਵੀ ਇਹ ਗੱਲ ਲਿਖੀ ਆ ਬਈ ਪਵਿੱਤਰ ਬਾਈਬਲ ਵਿੱਚ ਇਹ ਬਿਆਨ ਕੀਤਾ ਗਿਆ ਆ ਵੀ ਅਸੀਂ ਤਾਂ ਉਹਦੀ ਭਗਤੀ ਕਰਦੇ ਆ ਜਿਹਨੂੰ ਜਾਣਦੇ ਆ, ਪਰ ਕਹਿੰਦਾ ਤੁਸੀਂ ਉਹਦੀ ਭਗਤੀ ਕਰਦੇ ਆ ਜਿਹਨੂੰ ਤੁਸੀਂ नहीं जानते। अज मेरे जीजो, परमेश्वर नूं कई तरीकों के नाल लोग धरती ते मनदे ते पूजदे आ। रब नूं कई तरीकों के नाल, अणगिणत तरीकों के नाल चढ़ावे चढ़ाउंदे आ। हाँ जी, कई तरीकों के नाल की करदे आ, ओहदी इबादत करदे आ, जां कई तरीकों के नाल की करदे आ, उहनूं चढ़ावे चढ़ा के उहनूं खुश करन दी कोशिश करदे आ। पर मेरे जीजो, जदों असीं कोई भी भेंट जां कोई भी चीज़ परमेश्वर नूं चढ़ाउंदे आ जां रब दे नां ते चढ़ाउंदे आ, पहला सानू इस गल की जानकारी होनी बहुत जरूरी आ भी कि सचमुच की वो भेटां परमेश्वर के वचन के अनुसार आ, कि परमेश्वर उन्हां भेटां नूं कबूल कर रहा आ, कि साडी उस आराधना तो भेटां तो परमेश्वर खुश हो रहा आ। सब तो पहला ये गल जाननी साडे लई बहुत जरूरी आ। हालेलुया। अज बहुत सारे लोग बिना परमेश्वर नूं जाने, बिना परमेश्वर नूं पहचाने ही परमेश्वर नूं पूज रहे आ ਅਤੇ ਇਹਨਾਂ ਨੂੰ ਇਹ ਗੱਲਾਂ ਦੀ ਸਮਝ ਨਹੀਂ ਹੈਗੀ। ਉਹਨਾਂ ਨੇ ਉਹਨਾਂ ਚੀਜ਼ਾਂ ਦਾ ਇਤਿਹਾਸ ਨਹੀਂ ਪੜ੍ਹਿਆ। ਅੱਜ ਕਿਸੇ ਵੀ ਚੀਜ਼ ਨੂੰ ਮੇਰੇ ਜੀਜੋ ਮੰਨਣ ਪੂਜਣ ਤੋਂ ਪਹਿਲਾਂ ਸਾਨੂੰ ਉਹਦਾ ਸਭ ਤੋਂ ਪਹਿਲਾਂ ਇਤਿਹਾਸ ਪਤਾ ਹੋਣਾ ਬਹੁਤ ਜ਼ਰੂਰੀ ਆ। ਅੱਜ ਬਹੁਤ ਸਾਰੇ ਲੋਕ ਜਿਹੜੇ ਆ ਰੱਬ ਨੂੰ ਪੂਜਦੇ, ਕਿਉਂ ਪੂਜਦੇ ਆ? ਕਿਉਂਕਿ ਉਹਨਾਂ ਨੂੰ ਪਤਾ ਆ ਵੀ ਰੱਬ ਨੂੰ ਇਸ ਕਰਕੇ ਪੂਜਦੇ ਆ ਵੀ ਸ੍ਰਿਸ਼ਟੀ ਨੂੰ ਰਚਣ ਵਾਲਾ ਰੱਬ ਵਾ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਰੱਬ ਵਾ, ਪਰਮੇਸ਼ਰ ਵਾ। ਹਾਲੇਲੂਇਆ। ਅਤੇ ਉਸ ਤੋਂ ਬਾਅਦ ਉਹ ਜਾਣਦੇ ਆ ਵੀ ਰੱਬ ਜਿਹੜਾ ਆ ਪਵਿੱਤਰ ਵਾ, ਉਹ ਪਵਿੱਤਰ ਵਾ। ਤੇ ਤੀਸਰੀ ਗੱਲ, ਉਹ ਤੀਜੀ ਗੱਲ ਵੀ ਉਹ ਪਾਪ ਮਾਫ ਕਰਦਾ ਆ। ਹਾਲੇਲੂਇਆ। ਚੌਥੀ ਗੱਲ ਵੀ ਜੇ ਕੋਈ ਇਨਸਾਨ ਕਿਸੇ ਮੁਸੀਬਤ 'ਚ ਫਸ ਜਾਵੇ, ਇੱਥੇ ਤੱਕ ਤਾਂ ਲੋਕ ਜਿਹੜੇ ਮਰ ਵੀ ਜਾਂਦੇ ਸੀਗੇ, ਜਦੋਂ ਜਿਹੜੇ ਖਾਦਮ ਸੀਗੇ, ਜਿਹੜੇ ਪਰਮੇਸ਼ਰ ਦੇ ਨਬੀ ਸੀਗੇ, ਉਹ ਜਦੋਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਸੀ, ਅਰਦਾਸ ਬੇਨਤੀ ਕਰਦੇ ਸੀ, ਤਾਂ ਮੁਰਦੇ ਵੀ ਉਹਦੇ ਨਾਮ ਦੇ ਵਿੱਚ ਕੀ ਹੋ ਜਾਂਦੇ ਸੀ? ਜ਼ਿੰਦਾ ਹੋ ਜਾਂਦੇ ਸੀਗੇ। ਅਸੀਂ ਮੇਰੇ ਜੀਜੋ ਧਰਮ ਗ੍ਰੰਥਾਂ ਨੂੰ ਵੀ ਮੱਥਾ ਕਿਉਂ ਟੇਕਦੇ ਆ, ਕਿਉਂ ਇਹਨਾਂ ਦੇ ਅੱਗੇ ਸਿਰ ਝੁਕਾਉਂਦੇ ਆ? ਹਾਂਜੀ, ਕਿਉਂਕਿ ਅਸੀਂ ਜਾਣਦੇ ਇਹਨਾਂ ਵਿੱਚ ਲਿਖੀਆਂ ਗੱਲਾਂ ਸੱਚੀਆਂ ਆ ਅਤੇ ਪਰਮੇਸ਼ਰ ਹੈਗਾ ਆ। ਕਿਉਂਕਿ ਉਹਨਾਂ ਨਬੀਆਂ ਨੇ ਜਿਨ੍ਹਾਂ ਨੇ ਇਹ ਕਿਤਾਬਾਂ ਲਿਖੀਆਂ, ਪਵਿੱਤਰ ਬਾਈਬਲ ਲਿਖੀ, ਉਹਨਾਂ ਨਬੀਆਂ ਦੇ ਦੁਆਰਾ ਪਰਮੇਸ਼ਵਰ ਨੇ ਅਣਗਿਣਤ ਵੱਡੇ ਤੇ ਅਚੰਭੇ ਕਾਰਜ ਕੀਤੇ ਸੀਗੇ, ਇਦਾਂ ਦੇ ਕੰਮ ਕੀਤੇ ਸੀ, ਤੇ ਜਿਹਦੇ ਰਾਹੀਂ ਅਸੀਂ ਲੋਕ ਵੀ ਕੀ ਕਰਦੇ ਆ? ਇਹਨਾਂ ਨੂੰ ਪੜ੍ਹ ਕੇ ਵਿਸ਼ਵਾਸ ਕਰਦੇ ਵੀ ਵਾਕਈ ਰੱਬ ਹੈਗਾ ਆ ਤੇ ਰੱਬ ਵੱਡੇ ਵੱਡੇ ਤੇ ਸਾਮਰਥੀ ਕੰਮ ਕਰਨ ਦੀ ਤਾਕਤ ਰੱਖਦਾ ਆ। ਸੋ ਮੇਰੇ ਭੈਣੋ ਭਰਾਵੋ, ਅੱਜ ਦਾ ਜਿਹੜਾ ਵਿਸ਼ਾ ਆਓ ਹਮ ਪਰਮੇਸ਼ਰ ਕੋ ਪਹਿਚਾਨੇ। ਪਰਮੇਸ਼ਰ ਚਾਹੁੰਦਾ ਹੈ ਵੀ ਅਸੀਂ ਉਹਨੂੰ ਪੂਜਣ ਤੋਂ, ਉਹਨੂੰ ਚੜਾਵੇ ਚੜਾਉਣ ਤੋਂ ਪਹਿਲਾਂ ਉਹਨੂੰ ਜਾਣੀਏ। ਕਿਉਂਕਿ ਪਵਿੱਤਰ ਬਾਈਬਲ ਵਿੱਚ ਲਿਖਿਆ, ਤੁਸੀਂ ਜਿਹਨੂੰ ਨਹੀਂ ਜਾਣਦੇ ਉਹਦੀ ਭਗਤੀ ਕਰਦੇ ਹੋ, ਅਸੀਂ ਉਹਦੀ ਭਗਤੀ ਕਰਦੇ ਹਾਂ ਜਿਹਨੂੰ ਜਾਣਦੇ ਆ। ਪਹਿਲੀ ਗੱਲ ਤਾਂ ਪਰਮੇਸ਼ਰ ਲਿਖਿਆ ਆਤਮਾ ਆ, ਉਹ ਸਰੀਰ ਨਹੀਂਗਾ। ਅਸੀਂ ਅੱਜ ਬਹੁਤ ਸਾਰੇ ਲੋਕ ਜਿਹੜੇ ਆ ਸਰੀਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਰੱਬ ਸਮਝ ਕੇ ਪੂਜਣਾ ਸ਼ੁਰੂ ਕਰ ਦਿੱਤਾ ਆ। ਬਹੁਤ ਸਾਰੇ ਲੋਕ ਮੂਰਤੀਆਂ ਨੂੰ ਭਗਵਾਨ ਬਣਾ ਕੇ ਹਾਂਜੀ ਮਾਰਕੀਟ ਦੇ ਵਿੱਚ ਵੇਚਦੇ ਆ, ਬਹੁਤ ਸਾਰੇ ਲੋਕ ਖਰੀਦਦੇ ਆ। ਪਰ ਮੇਰੇ ਜੀਜੋ, ਪਰਮੇਸ਼ਵਰ ਇਦਾਂ ਦੀ ਹਸਤੀ ਆ ਜਿਹਨੂੰ ਨਾ ਤਾਂ ਅਸੀਂ ਖਰੀਦ ਸਕਦੇ ਤਾਂ ਨਾ ਇਹਨੂੰ ਅਸੀਂ ਵੇਚ ਸਕਦੇ ਆ।
ਉਹਦਾ ਅਸੀਂ ਮੁੱਲ ਨਹੀਂ ਅਦਾ ਕਰ ਸਕਦੇ, ਉਹਨੂੰ ਅਸੀਂ ਬਣਾ ਨਹੀਂ ਸਕਦੇ, ਪਰ ਅੱਜ ਇਨਸਾਨ ਉਹਨੂੰ ਬਣਾਉਣ ਵੀ ਲੱਗ ਪਿਆ ਆ। ਕਿਉਂਕਿ ਪਵਿੱਤਰ ਬਾਈਬਲ ਦੱਸਦੀ ਆ ਪਰਮੇਸ਼ਵਰ ਇਦਾਂ ਦੀ ਚੀਜ਼ ਨਹੀਂ ਜਿਹਨੂੰ ਤੁਸੀਂ ਬਣਾ ਲਓ। ਉਹ ਆਤਮਾ ਆ। ਪਹਿਲੀ ਗੱਲ ਤਾਂ ਇਹ ਸਮਝਣਾ ਉਹ ਕੀ ਆ, ਆਤਮਾ ਆ। ਸਾਡੇ ਅੰਦਰ ਉਹ ਆਤਮਾ ਦੀ ਜੋਤ ਜਗਦੀ ਆ, ਤੇ ਜੇ ਉਹ ਆਤਮਾ ਸਾਡੇ ਅੰਦਰ ਵਾ ਤੇ ਅਸੀਂ ਜਿਉਂਦੇ ਆ, ਅਸੀਂ ਦੇਖਦੇ ਆ, ਚੱਲਦੇ ਆ, ਸੁਣਦੇ ਆ, ਬੋਲਦੇ ਆ। ਜਿੱਦਣ ਉਹ ਆਤਮਾ ਨਿਕਲ ਜਾਂਦੀ ਆ ਅਸੀਂ ਇੱਕ ਮਿੱਟੀ ਦਾ ਪੁਤਲਾ ਬਣ ਕੇ ਰਹਿ ਜਾਂਦੇ ਆ। ਹੁਣ ਸਾਨੂੰ ਪਤਾ ਹੈ ਸਾਡੇ ਅੰਦਰ ਆਤਮਾ, ਧਰਮ ਸ਼ਾਸਤਰ ਦੱਸਦੇ ਆ ਵੀ ਇਨਸਾਨ ਦੇ ਅੰਦਰ ਆਤਮਾ ਆ ਪਰਮੇਸ਼ਰ ਦਾ। ਪਰਮੇਸ਼ਰ ਸਾਡੇ ਅੰਦਰ ਹੀ ਵਸਦਾ ਆ, ਜਿਹਨੂੰ ਲੋਕ ਬਾਹਰ ਲੱਭਦੇ ਫਿਰਦੇ ਆ, ਅੱਜ ਮੂਰਤੀਆਂ 'ਚ ਲੱਭਦੇ ਫਿਰਦੇ ਆ, ਕਬਰਾਂ 'ਚ ਲੱਭਦੇ ਫਿਰਦੇ ਆ, ਪਰ ਉਹ ਪਰਮਾਤਮਾ, ਉਹ ਜੀਵਤ ਪਰਮੇਸ਼ਰ ਅੱਜ ਮੇਰੇ ਜੀਜੋ ਤੁਹਾਡੇ ਤਾਂ ਮੇਰੇ ਅੰਦਰ ਹੀ ਆ। ਹੁਣ ਸਾਰੇ ਕਹਿੰਦੇ ਅੰਦਰ ਵਾ, ਪਰ ਜੇ ਆਪਾਂ ਕਿਸੇ ਨੂੰ ਕਹੀਏ ਵੀ ਉਹਨੂੰ ਦਿਖਾਓ ਤੁਹਾਡੇ ਅੰਦਰ ਵਾ, ਆਪਾਂ ਦਿਖਾ ਨਹੀਂ ਸਕਦੇ। ਇੱਕ ਬਹੁਤ ਵੱਡਾ ਸਮਝ ਲਓ ਸਾਡੇ ਅੱਗੇ ਸਵਾਲ ਆ ਵੀ ਅਸੀਂ ਉਹਨੂੰ ਮਹਿਸੂਸ ਕਰ ਸਕਦੇ, ਉਹਨੂੰ ਦਿਖਾ ਨਹੀਂ ਸਕਦੇ। ਤੇ ਜਿਹੜੀ ਚੀਜ਼ ਅਸੀਂ ਦਿਖਾ ਹੀ ਨਹੀਂ ਸਕਦੇ ਮੇਰੇ ਭੈਣੋ ਭਰਾਵੋ, ਜਿਹੜੀ ਚੀਜ਼ ਨੂੰ ਅਸੀਂ ਦੇਖ ਹੀ ਨਹੀਂ ਸਕਦੇ, ਉਹਨੂੰ ਹੁਣ ਸਰੂਪ ਕਿੱਦਾਂ ਉਹਦਾ ਬਣਾਵਾਂਗੇ, ਉਹਦੀ ਮੂਰਤ ਕਿੱਦਾਂ ਬਣਾਵਾਂਗੇ। ਪਵਿੱਤਰ ਬਾਈਬਲ ਬਿਆਨ ਕਰਦੀ ਆ ਵੀ ਪਰਮੇਸ਼ਵਰ ਨੂੰ ਕਿਸੇ ਨੇ ਨਹੀਂ ਦੇਖਿਆ, ਕਿਸੇ ਨੇ ਨਹੀਂ ਦੇਖਿਆ, ਕਿਉਂਕਿ ਪਰਮੇਸ਼ਵਰ ਇੱਕ ਤੇਜ਼ ਲਾਈਟ ਦੇ ਵਿੱਚ ਲੋਕਾਂ ਦੇ ਕੋਲ ਆਉਂਦਾ ਸੀ। ਪੌਲਸ ਨੂੰ ਪਰਮੇਸ਼ਰ ਦੇ ਦਰਸ਼ਨ ਹੋਏ, ਤੇਜ਼ ਲਾਈਟ ਦੇ ਵਿੱਚ ਉਹਨੂੰ ਦਰਸ਼ਨ ਹੋਏ। ਜਦੋਂ ਦਰਸ਼ਨ ਹੋਏ ਤੇ ਉਹਨਾਂ ਨੇ ਪਰਮੇਸ਼ਰ ਦੀ ਆਵਾਜ਼ ਸੁਣੀ। ਪਵਿੱਤਰ ਬਾਈਬਲ 'ਚ ਲਿਖਿਆ ਸਾਰੇ ਨਬੀਆਂ ਨੇ ਸੁੱਤੇ ਪਏ ਕੋਈ ਆਵਾਜ਼ ਸੁਣਦੇ ਸੀਗੇ, ਕੋਈ ਦਰਸ਼ਨ ਦੇਖਦੇ ਸੀਗੇ, ਕਈਆਂ ਦੀ ਅੱਖ ਦੇ ਅੱਗੇ ਤੇਜ਼ ਲਾਈਟ ਪੈ ਜਾਂਦੀ ਸੀ ਆ ਕੇ, ਅਤੇ ਉਹ ਅੱਖਾਂ ਨਾ ਖੋਲ ਕੇ ਉਸ ਲਾਈਟ ਨੂੰ ਦੇਖ ਨਹੀਂ ਪਾਉਂਦੇ ਸੀਗੇ, ਉਹ ਦੇਖ ਨਹੀਂ ਪਾਉਂਦੇ ਸੀ। ਪੌਲਸ ਵੀ ਭੁੰਮੇ ਡਿੱਗ ਗਿਆ ਧਰਤੀ ਤੇ, ਉਹ ਦੇਖ ਨਹੀਂ ਸਕਿਆ ਉਹ ਤੇਜ਼ ਲਾਈਟ ਨੂੰ। ਜਦੋਂ ਯਿਸੂ ਮਸੀਹ ਉਹਦੇ ਮੋਹਰੇ ਆਇਆ, ਉਹਨੇ ਉਹਦੀ ਆਵਾਜ਼ ਸੁਣੀ। ਆਵਾਜ਼ ਉੱਥੇ ਕੀ ਆਈ, ਹੇ ਪੌਲਸ ਤੂੰ ਮੈਨੂੰ ਕਿਉਂ ਸਤਾਉਂਦਾ ਆ? ਤੇ ਉਹਨੇ ਪੌਲਸ ਨੇ ਉੱਥੇ ਕਿਹਾ, ਕਹਿੰਦਾ ਪ੍ਰਭੂ ਜੀ ਤੂੰ ਕੌਣ ਆ? ਕਿਉਂਕਿ ਉਹ ਦੇਖ ਨਹੀਂ ਸਕਿਆ। ਜਦੋਂ ਤੇਜ਼ ਲਾਈਟ ਤੁਹਾਡੀਆਂ ਅੱਖਾਂ 'ਚ ਕੋਈ ਪਾਵੇ, ਤੇਜ਼ ਲਾਈਟ, ਕਈ ਵੇਲੇ ਗੱਡੀਆਂ ਦੀ ਲਾਈਟ ਸਾਡੇ ਆਪਾਂ ਸਫ਼ਰ ਕਰਦੇ ਆ ਤੇ ਗੱਡੀਆਂ ਦੀਆਂ ਲਾਈਟਾਂ ਇੱਕ ਦੂਜੇ ਦੇ ਪੈਂਦੀਆਂ ਆਪਣੇ, ਹਾਂਜੀ, ਤੇ ਜਦੋਂ ਅੱਖਾਂ 'ਚ ਪੈਂਦੀਆਂ ਤੇ ਤੁਸੀਂ ਦੇਖੋ ਅੱਖਾਂ ਸਾਡੀਆਂ ਖੁੱਲਦੀਆਂ ਨਹੀਂ। ਤੇ ਤੁਸੀਂ ਦੇਖੋ ਪਰਮੇਸ਼ਰ ਇਸ ਤੋਂ ਵੀ ਵੱਡਾ, ਕਿੰਨਾ ਵੱਡਾ ਚਾਨਣ ਆ। ਜਿੱਦਾਂ ਯਿਸੂ ਮਸੀਹ ਨੇ ਕਿਹਾ ਜਗਤ ਦਾ ਚਾਨਣ ਮੈਂ ਆ, ਉਹ ਚਾਨਣ ਜਦੋਂ ਅੱਖਾਂ 'ਚ ਪੈਂਦਾ ਤੇ ਬੰਦਾ ਉਹਨੂੰ ਦੇਖ ਨਹੀਂ ਸਕਦਾ। ਜਿੱਦਾਂ ਪੌਲਸ ਨੇ ਦੇਖ ਨਹੀਂ ਸਕਿਆ, ਉਹ ਧਰਤੀ ਤੇ ਡਿੱਗ ਗਿਆ, ਅਤੇ ਜਦੋਂ ਉਹਨੇ ਥੱਲੇ ਡਿੱਗਿਆ ਤੇ ਪਵਿੱਤਰ ਬਾਈਬਲ 'ਚ ਲਿਖਿਆ, ਉਹਨੇ ਪੁੱਛਿਆ, ਕਹਿੰਦਾ ਪ੍ਰਭੂ ਜੀ ਤੂੰ ਕੌਣ ਆ? ਤੇ ਅੱਗੇ ਆਵਾਜ਼ ਆਈ, ਉਹਨੇ ਆਵਾਜ਼ ਸੁਣੀ, ਉੱਥੋਂ ਆਵਾਜ਼ ਆਈ, ਕਹਿੰਦਾ ਮੈਂ ਯਿਸੂ ਆ, ਯਿਸੂ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਆ। ਹੈ ਇਹ ਜਿਹੜੇ ਲੋਕਾਂ ਨੂੰ ਤੂੰ ਸਤਾ ਰਿਹਾ ਆ, ਇਹ ਜਿਹੜੇ ਲੋਕਾਂ ਨੂੰ ਤੂੰ ਸਤਾ ਰਿਹਾ ਆ, ਜਿਨ੍ਹਾਂ ਦੇ ਉੱਤੇ ਤੂੰ ਅਤਿਆਚਾਰ ਕਰ ਰਿਹਾ, ਮੇਰੇ ਲੋਕ ਆ। ਜਿਸ ਨਾਮ ਦਾ ਤੂੰ ਵਿਰੋਧ ਕਰ ਰਿਹਾ ਆ, ਉਹ ਮੇਰਾ ਸੱਚਾ ਨਾਮ ਆ, ਜਿਹੜਾ ਜਪ ਕੇ ਆਪਣੇ ਪਾਪਾਂ ਦੀ ਮਾਫੀ ਪਾ ਰਹੇ ਆ, ਮੁਕਤੀ ਪਾ ਰਹੇ ਆ, ਆਪਣੇ ਰੋਗਾਂ ਤੋਂ ਛੁਟਕਾਰਾ ਪਾ ਰਹੇ ਆ। ਪ੍ਰਭੂ ਯਿਸੂ ਮਸੀਹ ਨੇ ਪੌਲਸ ਉੱਤੇ ਆਪਣੇ ਆਪ ਨੂੰ ਪ੍ਰਗਟ ਕੀਤਾ। ਤੇ ਉਸ ਤੋਂ ਬਾਅਦ ਅਸੀਂ ਪਿੱਛੇ ਜਿੰਨੇ ਵੀ ਨਬੀ ਦੇਖਦੇ ਆ ਮੇਰੇ ਭੈਣੋ ਭਰਾਵੋ, ਨਬੀਆਂ ਨੇ ਉਹਨਾਂ ਨੂੰ ਦੇਖਿਆ ਨਹੀਂ, ਨਬੀਆਂ ਨੇ ਆਵਾਜ਼ ਸੁਣੀ, ਆਵਾਜ਼। ਕਿਉਂਕਿ ਜੇ ਉਹ ਸਾਹਮਣੇ, ਇਹ ਨਹੀਂ ਵੀ ਪਰਮੇਸ਼ਰ ਆਪਣੇ ਆਪ ਨੂੰ ਦਿਖਾਉਣਾ ਨਹੀਂ ਚਾਹੁੰਦਾ ਮੇਰੇ ਜੀਜੋ, ਸਾਹਮਣੇ ਆਉਂਦਾ ਆ ਪਰਮੇਸ਼ਰ। ਬਹੁਤ ਸਾਰੇ ਲੋਕਾਂ ਨੇ ਦੇਖਿਆ ਪਰਮੇਸ਼ਰ ਨੂੰ, ਪਰ ਪਰਮੇਸ਼ਰ ਨੂੰ ਇੱਕ ਤੇਜ਼ ਲਾਈਟ ਦੇ ਰੂਪ ਵਿੱਚ ਦੇਖਿਆ। ਉਹ ਜਦੋਂ ਤੇਜ਼ ਲਾਈਟ ਲੋਕਾਂ ਦੇ ਅੱਖਾਂ 'ਚ ਪੈਂਦੀ ਸੀ ਤਾਂ ਲੋਕਾਂ ਨੂੰ ਉਹ ਲਾਈਟ ਤੇਜ਼ ਅੱਖਾਂ 'ਚ ਪੈਣ ਦੇ ਕਰਕੇ ਭੁੰਬੇ ਡਿੱਗ ਜਾਂਦੇ ਸੀ, ਉਹਨਾਂ ਦੀਆਂ ਅੱਖਾਂ ਖੁੱਲਦੀਆਂ ਨਹੀਂ ਸੀਗੀਆਂ ਤੇਜ਼ ਲਾਈਟ ਦੇ ਅੱਗੇ। ਜੇ ਉਹ ਤੁਹਾਨੂੰ ਦਿਖਾਉਣਾ ਵੀ ਚਾਹਵੇ ਆਪਣੇ ਆਪ ਨੂੰ ਤੇ ਤੁਸੀਂ ਤਾਂ ਮੈਂ ਦੇਖ ਨਹੀਂ ਸਕਦੇ ਮੇਰੇ ਭੈਣੋ ਭਰਾਵੋ, ਕਿਉਂਕਿ ਉਹ ਤੇਜ਼ ਲਾਈਟ ਆ, ਜੋ ਜੋਤੀ ਆ ਜਗਤ ਦੀ, ਜਿਹੜੀ ਸਾਡੇ ਅੰਦਰ ਜਗਦੀ ਆ। ਸੋ ਮੇਰੇ ਭੈਣੋ ਭਰਾਵੋ, ਪਿੱਛੇ ਮੂਸਾ ਦੇ ਬਾਰੇ ਵੀ ਜਦੋਂ ਪੜ੍ਹਦੇ, ਮੂਸਾ ਨੇ ਵੀ ਪਰਮੇਸ਼ਰ ਨੂੰ ਦੇਖਿਆ ਜ਼ਰੂਰ, ਪਰ ਉਹਨੇ ਇੱਕ ਅੱਗ ਨੂੰ ਝਾੜੀ ਵਿੱਚ ਬਲਦੇ ਦੇਖਿਆ। ਤੇ ਉਹ ਅੱਗ ਜਿਹੜੀ ਸੀ ਮੇਰੇ ਭੈਣ ਭਰਾਵੋ, ਅੱਜ ਬਹੁਤ ਸਾਰੇ ਲੋਕ ਅੱਗ ਦੀ ਵੀ ਪੂਜਾ ਕਰਦੇ ਆ। ਉਹ ਕਹਿੰਦੇ ਪਰਮੇਸ਼ਰ ਇੱਕ ਅੱਗ ਆ, ਬਾਈਬਲ ਦੀ ਉਸ ਆਇਤ ਨੂੰ ਪੜ੍ਹ ਕੇ। ਪਰ ਮੇਰੇ ਜੀਜੋ, ਜਗ੍ਹਾ ਤੇ ਜਿਹੜੀ ਝਾੜੀ ਨੂੰ ਵੀ ਅੱਗ ਲੱਗੀ ਸੀਗੀ, ਉਹ ਝਾੜੀ ਨੂੰ ਦੇਖੋ ਤੁਸੀਂ, ਅੱਗ ਤਾਂ ਲੱਗੀ ਸੀ ਪਰ ਝਾੜੀ ਸੜਦੀ ਨਹੀਂ ਪਈ ਸੀਗੀ। ਕੂਚ ਉਸ ਜਗ੍ਹਾ ਤੇ 3 ਅਧਿਆਏ ਵਿੱਚ ਲਿਖਿਆ, ਉਹ ਝਾੜੀ ਜਿਹੜੀ ਸੀਗੀ ਸੜਦੀ ਨਹੀਂ ਪਈ। ਤੇ ਮੂਸਾ ਨੇ ਕਿਹਾ ਮੈਂ ਕੋਲ ਜਾ ਕੇ ਦੇਖਾਂ। ਜਦੋਂ ਉਹਨੇ ਕੋਲ ਜਾ ਕੇ ਨਜ਼ਾਰਾ ਦੇਖਿਆ, ਉਹ ਕਹਿੰਦਾ ਝਾੜੀ ਯਾਰ ਅੱਗ ਤਾਂ ਲੱਗੀ ਹੈ ਪਰ ਝਾੜੀ ਸੜਦੀ ਨਹੀਂ ਪਈ। ਤੇ ਉਹਦੇ ਵਿੱਚੋਂ ਉਹਨੇ ਆਵਾਜ਼ ਸੁਣੀ, ਉਹਦੇ ਵਿੱਚੋਂ ਵੀ ਆਵਾਜ਼ ਆਈ, ਕਹਿੰਦਾ ਮੂਸਾ ਮੂਸਾ ਆਪਣੀ ਜੁੱਤੀ ਕਹਿੰਦਾ ਪਿੱਛੇ ਲਾ ਕੇ ਅੱਗੇ ਆਈ। ਕਹਿੰਦਾ ਜਿਸ ਧਰਤੀ ਤੇ ਤੂੰ ਖੜਾ ਆ, ਜਿੱਥੇ ਤੂੰ ਮੈਨੂੰ ਦੇਖ ਰਿਹਾ ਆ, ਕਹਿੰਦਾ ਇਸ ਧਰਤੀ ਹੁਣ ਮੇਰੇ ਉਤਰਨ ਦੇ ਕਰਕੇ ਪਵਿੱਤਰ ਹੋ ਗਈ ਆ, ਕਿਉਂਕਿ ਇੱਥੇ ਪਾਪੀ ਲੋਕ ਵਸ ਰਹੇ ਆ। ਪਾਪੀਆਂ ਨੇ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕੀਤਾ ਪਾਪ ਕਰਕੇ, ਧਰਤੀ ਵੀ ਭ੍ਰਿਸ਼ਟ ਕਰ ਦਿੱਤੀ ਹੈ ਇਨਸਾਨਾਂ ਨੇ ਪਾਪ ਕਰਕੇ। ਪਰ ਯਹੋਵਾ ਪਰਮੇਸ਼ਰ ਜਦੋਂ ਉੱਥੇ ਉਤਰਿਆ ਤਾਂ ਪਰਮੇਸ਼ਰ ਨੇ ਕਿਹਾ ਇਹ ਧਰਤੀ ਪਵਿੱਤਰ ਵਾ। ਸੋ ਮੇਰੇ ਜੀਜੋ, ਪਰਮੇਸ਼ਰ ਪਵਿੱਤਰ ਵਾ। ਦੇਖੋ ਉਹ ਆਪ ਕਿੰਨਾ ਪਵਿੱਤਰ ਹੋਊਗਾ। ਜੇ ਉਹ ਉਤਰਨ ਦੇ ਨਾਲ ਧਰਤੀ ਪਵਿੱਤਰ ਹੋ ਗਈ ਤੇ ਸੋਚੋ ਪਰਮੇਸ਼ਰ ਆਪ ਕਿੰਨਾ ਪਵਿੱਤਰ ਹੋਵੇਗਾ।
पवित्र बाइबल बयान करदी आ वो सृष्टि करता आ। हाँ जी, वो पापां नूं माफ करन वाला, वो पवित्र परमेश्वर आ अते वो लोकां नूं चंगा करन वाला परमेश्वर आ, मुर्दियां नूं जवालण वाला परमेश्वर आ, वो न्याय करन वाला परमेश्वर आ। मेरे अजीजो, ये सारियां चीज़ां जिहड़ियां असीं पवित्र बाइबल च पढ़दे आ, ये सारे ही गुण जिहड़े आ असीं यीशु मसीह दे विच पाउंदे आ। यीशु मसीह च सारे गुण पाए गए। असीं ये कहंदे यीशु मसीह परमेश्वर आ क्योंकि असीं जाणदे आ। हालेलुया। ते जिहड़े लोग नहीं जानते वो की कर रहे आ, वो अणपछातियां मतलब जिहड़ियां मानतावां जिन्हां नूं वो जानदे ही नहींगे, उन्हां दा इतिहास ही नहीं जानते, उन्हां दी पूजा ते जिहड़ी भगती करन ते लगे होए आ। लोग मरियां दी भगती करन ते लगे होए आ, लोग सप्पां दी भगती करन ते लगे होए आ। पर मेरे जीजो, सप जिहड़ा आ वो रब नहींगा। ते सियाणियां ने कहा सप्पां नूं जिन्ना मर्जी दुੱਧ पिला लो, इन्हां ने डंग मारना ही मारना आ। ते मरे किसी दे मित नहीं हुंदे। पर लोग अज परमेश्वर नूं नहीं जानन दे करके, ओदी पहचान नहीं होण दे करके लोग सप्पां नूं पूजी जा रहे, लोग मरियां नूं पूजी जा रहे आ। वो लोग इस जाल विच इस तरह फस चुके आ, उन्हां दा निकलना भी औखा हो चुकिया आ। ते जे सच्चे रब दी बाणी इन्हां नूं दसो, उन्हां लई बड़ा मुश्किल हो जांदा उस चीज़ दे उत्ते विश्वास करना, सच दे उत्ते, क्योंकि वो झूठ दे आदी हो जांदे आ। सच दे चलना उन्हां नूं बड़ा औखा लगदा। सो मेरे भैणो भरावो, असीं पवित्र बाइबल नूं जदों पढ़दे आ, पवित्र बाइबल च लिखिया परमेश्वर ने सृष्टि नूं रचिया। पहली गल, परमेश्वर सृष्टि करता आ ते यीशु मसीह भी सृष्टि करता आ। अस पवित्र बाइबल सानूं साबित करदी आ, क्योंकि परमेश्वर ने जिहड़ी सृष्टि रची, जदों असीं आरंभ दी किताब पढ़दे आ, उहदे विच किद्दां परमेश्वर ने सृष्टि रची। बाइबल च लिखिया परमेश्वर ने आख्या, उन्हें आख्या चानण हो जे, तां चानण हो गया। उन्हें आख्या धरती दा पानी, हाँ जी, धरती तो कुछ पानी जिहड़ा आ वो आकाश तो, धरती तो वखरा हो जावे अते उहनूं उन्हें आकाश आख्या। पवित्र बाइबल च लिखिया जिद्दां जिद्दां परमेश्वर ने बाणी उचारण कीती, शब्द बोलिया, बाणी बोली, आकाश बन जा, आकाश बन गया। हाँ जी, चंद्रमा बन जा, चंद्रमा बन गया। अते जदों ने कहा तारे होण आकाश दे उत्ते, ते पवित्र बाइबल विच लिखिया उदां ही उस आकाश दे उत्ते तारे हो गए। परमेश्वर ने शब्द दे नाल सारी रचना कीती। यूहन्ना दी इंजील पहला अध्याय च लिखिया आद विच शब्द सी, शब्द परमेश्वर दे संग सी ते शब्द ही परमेश्वर सी अते सब वस्तां यूहन्ना दसदा, यूहन्ना पहले अध्याय विच लिखिया कहंदा सब वस्तां ओहदे तो रचियां गईयां, शब्द तो रचियां गईयां। जदों यीशु मसीह धरती ते आए तां यीशु मसीह ने यहूदियां नूं जदों ये गल दसी भी मैं अपने पिता तो आया हां, मैं अपने पिता तो पैदा होया हां, जे तुसीं मेरे ते विश्वास करोगे ते तुसीं मुल्लों मौत दा स्वाद नहीं चखोगे बल्कि अनंत जीवन नूं प्राप्त करोगे। ते जिहड़े यहूदी लोग सी उन्हें बैंसण लग पे। यहूदी लोग कहंदे नबी भी मर गए, हाँ जी, अब्राहम भी मर गया, कहंदा सारे रब दे भगत मर गए, पर इह इदां दा नबी किहड़ा आ गया आ जिहड़ा कहंदा जे तुसीं मेरे ते विश्वास करोगे ते तुसीं कदे मौत दा स्वाद नहीं चखोगे बल्कि तुसीं अनंत जीवन परमेश्वर दे कोलों प्राप्त करोगे। कहंदा ये तां भगत जिहड़े सीगे हना जिन्हां ने इन्नी भगती कीती, मूसा 40-40 दिन पहाड़ तो नहीं उतरदा सी, कहंदा उहनूं भी मरना पै गया। ये कहंदा जिहड़ा मेरे ते विश्वास करूगा वो कदे मौत दा स्वाद नहीं चखूगा, वो अनंत काल तक जिहड़ा आ वो परमेश्वर दे कोलों अनंत जीवन नूं प्राप्त करेगा। ते ये चीज़ां सुन के वो उन्हां बैंसण लग पे ते कहंदे तू अब्राहम तो भी वड्डा आ, तू उन्हां नबियां तो भी वड्डा आ, जिहड़े नबियां ने भी वड्डे वड्डे धरती ते काम कीते ते काम करन तो बाद मर गए, वो तो कहना दुनिया नूं बचा नहीं सके। उन्होंने तो यह गल्लां कहियां नहीं, पर तू उन्हां तो भी वड्डा आ भी जिहड़ा तू इन्नियां वड्डियां वड्डियां यीशु मसीह ने कहंदे गल्लां करदा आ। तां यीशु मसीह ने उत्थे कहा हाँ अब्राहम दे होण तो पहलां यीशु मसीह कहंदा मैं सी। ते लोकी कहण लग पे कहंदे लै तेरी उम्र तां हाले 50 साल दी भी नहीं होई, तां कहंदे अब्राहम तां ते तो पहलां दा आके चला गया। अज बहुत सारे लोगों को यह चीज़ हैगी आ, कहते भी जिहड़ी सृष्टि आ वो तो 5-6 हज़ार साल पहलां दी चलती आ रही है, यीशु मसीह तो आया 2000 साल पहलां। जे यीशु मसीह 2000 साल पहलां आया तो फिर जिहड़ी पिछे सृष्टि चलती आउंदी सी वो कौन चला रहा सीगा? लोग ये सवाल लोगों के दिमाग च खटकदे आ। पर मेरे जीजो उन्हें कहा मैं अब्राहम तो भी पहला सी, इत्थे तक अब्राहम तो नहीं, जिहड़ा परमेश्वर ने पहला आदम ते हवा बनाए सी, उस आदम तो हवा तो पहला यीशु मसीह सी, क्योंकि उस तो पहला जदों आदम ते हवा बनाए गए धरती उत्ते सारियां वस्तां बनाईयां गईयां परमेश्वर सी ते शब्द सी। परमेश्वर ने शब्द बोलिया, ਉਹਦੇ ਮੂੰਹ ਚੋਂ ਪਹਿਲਾਂ ਸ਼ਬਦ ਨਿਕਲਿਆ, ਯਿਸੂ ਮਸੀਹ ਪਰਮੇਸ਼ਰ ਦੇ ਮੂੰਹ ਚੋਂ ਨਿਕਲਿਆ। ਸਭ ਤੋਂ ਪਹਿਲਾਂ ਪਰਮੇਸ਼ਰ ਨੇ ਸ਼ਬਦ ਨੂੰ ਪੈਦਾ ਕੀਤਾ, ਯਿਸੂ ਮਸੀਹ ਪੈਦਾ ਹੋਇਆ ਮੇਰੇ ਜੀਜੋ ਸਭ ਤੋਂ ਪਹਿਲਾਂ,
क्योंकि वो मनुखा तो पैदा नहीं होया सी। यीशु मसीह उस शब्द तो पैदा होया सी जिस शब्द दे नाल आकाश दे उत्ते तारे ते सूरज ते चंद्रमा बनाया गया। परमेश्वर ने शब्द बाणी उच्चारण करके सारियां चीजां बनाईयां ते वो इस गल दे उत्ते मतलब इस गल नूं समझ नहीं सके। वो प्रभु यीशु मसीह ने बहसण लापे, कहंदे तू कहना मैं अब्राहम तो भी वड्डा आ, कहंदे तू झूठ मारदा, तेरी तो उम्र हाले 50 साल की भी नहीं हुई, अब्राहम तो तेरे तो भी 2000 साल पहला आके चला गया। ते उन्हां नूं इदां लगदा सी यीशु मसीह गप्पां मारदा आ, पर यीशु मसीह मेरे जीजो कोई भी नबी जिहड़ा आ, कोई भी रब दा भगत, हाँ जी, वो कदे भी झूठ नहीं बोलदा, वो सच बोलदा आ। जदों तुसीं इतिहास पढ़ोगे पिछे यीशु मसीह दे आउण तो पहलां वड्डे वड्डे जिहड़े नबी आए उन्होंने अपने आप नूं मन्निया भी असीं नबी हां, असीं रब नहीं हैगे। रब आएगा जिहड़ा कुआरी दे कुखों पैदा होवेगा, पवित्र ते पाक होऊगा, वो लोकां दे पाप क्रूस ते चक्कूगा, मारिया जाऊगा, गड्डिया जाऊगा अते वो मौत उत्ते फतेह पालेगा, तीसरे दिन मुर्दियां विचों जी उठेगा। उन्होंने प्रचार किया नबियां ने, ते जदों लोग उन्हां नूं रब समझ के पूजण की कोशिश करते सी, मना कर दिंदे सी, कहंदे असीं रब नहीं गे, असीं तुहानूं मुक्ति नहीं दे सकते, असीं तुहानूं पापां दी माफी नहीं दे सकते। पर जदों यीशु मसीह मेरे जीजो धरती ते आया, यीशु मसीह ने सब दे पाप की कीते, माफ कीते। इस गल नूं असीं पढ़ना आ। अते वो शब्द सी जिस शब्द दे नाल सृष्टि रची गई, वो शब्द देहधारी होया। इस करके उन्हें कहा मैं अब्राहम तो भी वड्डा आ, मैं आदम ते हवा दे होण तो पहलां दा आ, क्योंकि सब तो पहला शब्द आया सी, शब्द ना सारियां चीजां बनाईयां मेरे भैण भरावो। अते वो शब्द जदों कुआरी ते बोलिया गया, मरियम ते देख तू गर्भवती होएगी, पुत्र नूं पैदा करेंगी, ओदा नां यीशु रखी, वो लोकां दे पाप चक्केगा। तां मेरे जीजो जिद्दां ही मरियम ने शब्द सुनिया, वो गर्भवती हो गई, शब्द देहधारी हो गया। हालेलुया। उन्हें देह धारनी पई, क्यों? क्योंकि जिहड़े शरीर च असीं पाप करदे मेरे भैण भरावो, वो पाप उन्हें शरीर च भोगण लई परमेश्वर धरती ते आया, साडे पापां दी सजा भोगण दे लई आया। पहली गल सृष्टिकर्ता, इस तरह असीं उहनूं यीशु मसीह नूं सृष्टिकर्ता मानदे हां, क्योंकि वो शब्द दे नाल सारी सृष्टि रची गई सी, ते शब्द दे नाल यीशु मसीह वो शब्द आ जिन्हां सारियां चीजां बनाईयां गईयां। जिद्दां सानूं सारियां चीजां घर बनाउण दे लई इट्टां, बजरी, रेता दी लोड़ पैंदी आ, ते उदां ही मेरे जीजो परमेश्वर ने सृष्टि बनाउण दे लई शब्द दी जरूरत पई, अते वो शब्द यीशु मसीह सी। इस करके आदम हवा धरती ते जदों कोई मनुख सी, मनुख है नहीं सी, मूसा भी नहीं सी, इब्राहिम भी नहीं सी, आदम ते हवा भी नहीं सी, उदों सब तो पहला शब्द सी ते परमेश्वर सी, ते बाइबल च लिखिया शब्द ही परमेश्वर सी। हालेलुया। ते दूसरी गल असीं पढ़दे हां परमेश्वर पवित्र आ, सारी दुनिया कहंदी परमेश्वर पवित्र आ, पवित्र वा, क्योंकि जदों यशाया नूं 6 अध्याय विच परमेश्वर ने उन्हें यशाया ने परमेश्वर नूं देखिया, ते उत्थे भी वो कहंदा हाय 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 हाय, कहना मैं पवित्र परमेश्वर नूं देख लिया, मैं तां भ्रिष्ट बुल्लां वाला आया। यशाया नबी सीगा जिन्हों परमेश्वर ने नबी बना के खड़ा किया, वो अपने पापां नूं मन रहा आ। मेरे जीजो कोई भी बंदा नबी आ, कोई भी बंदा पादरी आ, संत महात्मा बाद च बनदा, जदों परमेश्वर दे चरनी लगदा, प्रभु दा नाम ते आउंदा, सब तो पहला पापी हुंदा आ। असीं भी पापी सीगे, जदों असीं परमेश्वर दे चरनी लगे, फिर सानूं एक खादम दा अहुदा मिलिया, प्रभु दे दास दा अहुदा मिलिया। हालेलुया। क्योंकि वह भगती लोगों का जीवन बदलती सीगी। कोई इंसान पवित्र नहीं पैदा हुंदा, एक यीशु मसीह से जिहड़ा पवित्र पैदा होया। ते यशाया उत्थे कह रहा, कहंदा हाय मैं पापी पापी भ्रिष्ट बुल्लां वाला, कहना मैं परमेश्वर नूं देख लिया। उन्हें एक संघासन लगा देखिया, उहदे विचों एक तेज प्रकाशन निकलदा देखिया, लाइट, कहंदा हाय 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 मैं परमेश्वर नूं देख लिया। ते पवित्र बाइबल च लिखिया परमेश्वर ने एक अग दा जगवेदी तो कोड़ा लिया अते ओदी जुबान नूं छूया उस अग दे कोले दे नाल। ते पवित्र बाइबल च लिखिया परमेश्वर ने कहा जा तेरी बदी दूर की गई, तेरी जुबान हुण शुद्ध कर दी गई आ। इहदा मतलब परमेश्वर वो वाली अग नहीं, जे वो वाला कोड़ा अग दा भखदा किसी दी जुबान नूं लाता जावे तां मेरे जीजो ओदी जुबान सड़ सकदी आ। मेरे जीजो रब रब करना तो बहुत दूर की गल, किसी नाल गल करन तो भी जा सकता है, वो जबान सड़ सकती है, वो आह वाली अग नहीं हैगी। ते उत्थे भी वो भखदा होया कोला जिहड़ा परमेश्वर ने हाँ जी जदों दी जबान नूं लाया ते पवित्र बाइबल च लिखिया ओदी भ्रिष्टाई सीगी दूर हो गई अते ओदी जबान जिहड़ी परमेश्वर ने शुद्ध कीती।
पवित्र किया। परमेश्वर वो अग आ जिहड़ी अग सोने नूं जदों सोने ते पैंदी आ, सोना नहीं सड़दा बल्कि सोने विच जिहड़ी मिलावट आ वो सड़ के सवाह हो जाती आ। पवित्र आत्मा परमेश्वर वो आ मेरे जीजो जदों सानूं मिल जांदा आ, वो साडे शरीर दा नाश नहीं करदा, वो साडे शरीर दा नुकसान नहीं करदा, बल्कि शरीर दे अंदर जिहड़ी मिलावट आ, पाप आ, बदी आ, चोरी आ, ठगी आ, ओनूं साड़ के सवाह करदा आ परमेश्वर। परमेश्वर वो वाली अग आ मेरे भैणों भरावो। पर जो असीं पवित्र बाइबल में पढ़ते हैं मेरे जीजो ये गल्लां क्यों लिखियां गई? रब पवित्र आ, रब सृष्टि करता आ, क्योंकि कोई भी व्यक्ति जिहड़ा आ उहनूं ये गल समझाई गई आ जे धरती दे उत्ते जे इदां दी नौबत आ जावे, तुहानूं शरीर दे विच रब नूं ग्रहण करन दी नौबत आ जावे, जे वो शरीर विच आ गया तुहाडे मोरे ते ओहदी एक निशानी होऊगी, वो काम क्रोध मोह लोभ हंकार तो रहित होऊगा, वो पंजे तत्तां तो रहित होएगा। ਜਿਹੜੇ ਧਰਮ ਸ਼ਾਸਤਰ ਵਾ ਉਹਨਾਂ ਦੇ ਅੰਦਰ ਇਹ ਚੀਜ਼ ਲਿਖ ਦਿੱਤੀ ਗਈ ਵੀ ਜੇ ਕਿਤੇ ਰੱਬ ਨੂੰ ਤੁਹਾਨੂੰ ਮੰਨਣਾ ਵੀ ਪਵੇ ਧਰਤੀ ਦੇ ਉੱਤੇ, ਜੇ ਕਿਤੇ ਉਹ ਸਰੀਰ ਵਿੱਚ ਆ ਵੀ ਜਾਂਦਾ ਤੁਹਾਡੇ, ਜੇ ਪਹਿਲੀ ਗੱਲ ਤਾਂ ਉਹ ਆਤਮਾ ਆ, ਜੇ ਉਹ ਸਰੀਰ ਵਿੱਚ ਆ ਵੀ ਜਾਂਦਾ ਆ ਵੀ ਕਿਤੇ ਇਦਾਂ ਦੀ ਪਰਮੇਸ਼ਰ ਨੂੰ ਨੌਬਤ ਆ ਜਾਂਦੀ ਤੁਹਾਡੀ ਜਾਨ ਬਚਾਉਣ ਦੇ ਲਈ ਧਰਤੀ ਤੇ ਆਉਣਾ ਪੈ ਜਾਵੇ, ਤੇ ਉਹਦੀ ਇੱਕ ਕੁਆਲਿਟੀ ਹੋਊਗੀ, ਉਹਦੇ ਅੰਦਰ ਇੱਕ ਗੁਣ ਹੋਊਗਾ, ਉਹ ਕਾਮ ਕ੍ਰੋਧ ਮੋਹ ਲੋਭ ਹੰਕਾਰ ਤੋਂ ਰਹਿਤ ਹੋਊਗਾ, ਉਹ ਪਵਿੱਤਰ ਪੈਦਾ ਹੋਊਗਾ, ਉਹ ਪਾਪੀ ਪੈਦਾ ਨਹੀਂ ਹੋਊਗਾ ਤੁਹਾਡੇ ਤੇ ਮੇਰੇ ਵਾਂਗੂ, ਅਤੇ ਉਹ ਧਰਤੀ ਤੇ ਪਵਿੱਤਰ ਰਹਿ ਕੇ ਜ਼ਿੰਦਗੀ ਬਤੀਤ ਕਰੇਗਾ, ਕੋਈ ਪਾਪ ਨਹੀਂ ਕਰੇਗਾ। ਜਦੋਂ ਅਸੀਂ ਯਿਸੂ ਮਸੀਹ ਬਾਰੇ ਪੜ੍ਹਦੇ ਹਾਂ ਪਹਿਲੀ ਗੱਲ ਉਹ ਸ਼ਬਦ ਤੋਂ ਪੈਦਾ ਹੋਇਆ, ਉਹ ਪਾਪ ਤੋਂ ਨਹੀਂ ਪੈਦਾ ਹੋਇਆ, ਕਿਉਂਕਿ ਮਰੀਅਮ ਕੁਵਾਰੀ ਸੀਗੀ ਜਦੋਂ ਤੇ ਸ਼ਬਦ ਬੋਲੇ ਗਏ, ਕਿਉਂਕਿ ਜੇ ਰੱਬ ਹੀ ਪਾਪੀ ਪੈਦਾ ਹੁੰਦਾ ਤਾਂ ਮੇਰੇ ਜੀਜੋ ਫਿਰ ਪਾਪੀਆਂ ਨੂੰ ਤੁਹਾਨੂੰ ਮੈਨੂੰ ਕੌਣ ਛੜਾ ਸਕਦਾ ਸੀ? ਨਹੀਂ ਛੜਾ ਸਕਦਾ ਸੀ ਕੋਈ। ਪਾਪੀ ਦੇ ਪਾਪ ਮਾਫ ਕਰ ਨਹੀਂ ਸਕਦਾ। ਤੇ ਜਦੋਂ ਪੈਦਾ ਹੋਇਆ ਵੱਡਾ ਹੋਇਆ 33 ਸਾਲ ਦਾ ਹੋਇਆ ਤੇ 30 ਸਾਲ ਚ ਉਹਨੇ ਸੇਵਾ ਸ਼ੁਰੂ ਕੀਤੀ, ਰੱਬ ਦੇ ਕੰਮ, ਰੱਬ ਦਾ ਜਾਣੀ ਕਿ ਮੁਕਤੀ ਦਾ ਪ੍ਰਚਾਰ ਕੀਤਾ ਵੀ ਮੈਂ ਹੀ ਆ ਉਹ ਜਿਹੜਾ ਮੁਕਤੀ ਤੁਹਾਨੂੰ ਦੇਣ ਦੇ ਲਈ ਆਇਆ ਆ। ਜੇ ਤੁਸੀਂ ਵਿਸ਼ਵਾਸ ਕਰੋਗੇ ਤਾਂ ਤੁਸੀਂ ਆਪਣੇ ਪਾਪਾਂ ਤੋਂ, ਬਦੀਆਂ ਤੋਂ, ਬਿਮਾਰੀਆਂ ਤੋਂ, ਰੋਗਾਂ ਤੋਂ ਛੁਟਕਾਰਾ ਪਾਓਗੇ ਤੇ ਸਭ ਤੋਂ ਵੱਡੀ ਗੱਲ ਹੈ ਪਰਮੇਸ਼ਰ ਦੇ ਕੋਲ ਮੁਕਤੀ ਪਾਓਗੇ, ਅਨੰਤ ਜੀਵਨ ਪਾਓਗੇ। ਪਹਿਲੀ ਗੱਲ ਉਹ ਕਾਮ ਤੋਂ ਰਹਿਤ ਸੀ, ਉਹਨੇ ਸ਼ਾਦੀ ਨਹੀਂ ਕੀਤੀ, ਕੋਈ ਜਿਹੜਾ ਪਰਮੇਸ਼ਰ ਆ ਉਹ ਕਾਮ ਤੋਂ ਰਹਿਤ ਆ, ਉਹ ਘਰ ਗ੍ਰਸਤੀ ਚ ਨਹੀਂ ਪੈਂਦਾ, ਬੱਚੇ ਨਹੀਂ ਪੈਦਾ ਕਰਦਾ। ਯਿਸੂ ਮਸੀਹ ਨੇ ਨਾ ਤਾਂ ਸ਼ਾਦੀ ਕੀਤੀ ਮੇਰੇ ਭੈਣ ਭਰਾਵੋ, ਕਿਉਂਕਿ ਉਹ ਕਾਮ ਵਾਸਨਾ ਤੋਂ ਪੈਦਾ ਨਹੀਂ ਹੋਇਆ ਸੀ, ਉਹਦੇ ਅੰਦਰ ਕਾਮ ਵਾਸਨਾ ਹੈ ਹੀ ਨਹੀਂ ਸੀਗੀ, ਉਹ ਕਾਮ ਤੋਂ ਰਹਿਤ ਸੀਗਾ, ਉਹ ਪਵਿੱਤਰ ਸੀਗਾ ਮੇਰੇ ਅਜੀਜੋ। ਦੂਸਰੀ ਗੱਲ ਪਰਮੇਸ਼ਵਰ ਕ੍ਰੋਧ ਨਹੀਂ ਕਰਦਾ। ਜਦੋਂ ਯਿਸੂ ਮਸੀਹ ਦੇ ਹੱਥਾਂ ਪੈਰਾਂ 'ਚ ਕਿੱਲ ਠੋਕੇ ਗਏ, ਉਹਦੇ ਮੂੰਹ ਤੇ ਥੋਕਿਆ ਗਿਆ, ਉਹਦੇ ਕੰਡਿਆਂ ਦਾ ਤਾਜ ਪਾਇਆ ਗਿਆ ਤੇ ਉਹਨੇ ਗੁੱਸਾ ਨਹੀਂ ਕੀਤਾ, ਉਹਨੇ ਗੁੱਸਾ ਨਹੀਂ ਕੀਤਾ, ਉਹਨੇ ਕ੍ਰੋਧ ਨਹੀਂ ਕੀਤਾ, ਬਲਕਿ ਸਭ ਦੇ ਪਾਪ ਕੀ ਕੀਤੇ, ਕਹਿੰਦਾ ਮੈਂ ਤੁਹਾਨੂੰ क्षमा ਕਰਦਾ ਹਾਂ। ਅੱਜ ਤੁਹਾਨੂੰ ਮੈਨੂੰ ਕੋਈ ਮਾੜੀ ਜੀ ਗੱਲ ਕਹਿ ਦੇਵੇ ਨਾ ਅਸੀਂ ਅੱਗ ਬਬੂਲੇ ਹੋ ਜਾਂਦੇ ਆ, ਸਾਨੂੰ ਗੁੱਸਾ ਆ ਜਾਂਦਾ ਆ, ਕਿਉਂਕਿ ਅਸੀਂ ਪਾਪ ਤੋਂ ਪੈਦਾ ਹੋਏ ਮੇਰੇ ਜੀਜੋ। ਇਹ ਚੀਜ਼ਾਂ ਸਾਡੇ ਬਲੱਡ ਦੇ ਅੰਦਰ ਆ, ਪਰ ਯਿਸੂ ਮਸੀਹ ਪਵਿੱਤਰ ਆਤਮਾ ਤੋਂ ਪੈਦਾ ਹੋਇਆ ਸੀਗਾ, ਉਹ ਇਹਨਾਂ ਚੀਜ਼ਾਂ ਤੋਂ ਰਹਿਤ ਸੀਗਾ, ਉਹ ਕ੍ਰੋਧ ਤੋਂ ਰਹਿਤ ਸੀਗਾ, ਉਹ ਮੋਹ ਤੋਂ ਰਹਿਤ ਸੀਗਾ। ਜਿੱਦਾਂ ਅਸੀਂ ਇੱਕ ਮਾਂ ਤੋਂ ਪੈਦਾ ਹੁੰਦੇ ਆ, ਉਹ ਵੀ ਇੱਕ ਔਰਤ ਤੋਂ ਪੈਦਾ ਹੋਇਆ ਸੀਗਾ। ਸਰੀਰ ਵਿੱਚ ਪੈਦਾ ਹੋਣ ਦੇ ਨਾਤੇ ਉਹਦੇ ਵੀ ਰਿਸ਼ਤੇ ਨਾਤੇ ਸੀਗੇ, ਪਰ ਉਹ ਰਿਸ਼ਤਿਆਂ ਨਾਤਿਆਂ ਦੇ ਲੋਭ ਵਿੱਚ ਨਹੀਂ, ਮੋਹ ਵਿੱਚ ਨਹੀਂ ਪਿਆ, ਉਹਨੇ ਮੋਹ ਨਹੀਂ ਕੀਤਾ, ਬਲਕਿ ਪਰਮੇਸ਼ਰ ਦੇ ਕੰਮ ਨੂੰ ਡਟ ਕੇ ਕੀਤਾ। ਅੱਜ ਜਦੋਂ ਅਸੀਂ ਕੋਈ ਪਰਮੇਸ਼ਰ ਦਾ ਕੰਮ ਕਰਨਾ, ਕੋਈ ਭਲਾ ਕਰਨਾ ਆ ਹਨਾ, ਉਹ ਕਿਸੇ ਦੀ ਤੀਵੀਂ ਰੋਕ ਲੈਂਦੀ, ਕਿਸੇ ਦੇ ਨਿਆਣੇ ਰੋਕ ਲੈਂਦੇ, ਬਾਪੂ ਤੂੰ ਕੀ ਐਵੇਂ ਲੋਕਾਂ ਨੂੰ ਹਨਾ ਚੀਜ਼ਾਂ ਚੱਕ ਕੇ ਵੰਡਦਾ ਰਹਿੰਦਾ ਆ, ਭਲਾ ਕਰਦਾ ਰਹਿੰਦਾ ਆ। ਹੋਰ ਵੀ ਲੋਕੀ ਦੁਨੀਆ ਤੇ ਹੈਗੇ ਹੀ ਆ, ਅਸੀਂ ਉਸ ਮੋਹ 'ਚ ਪੈ ਕੇ ਕੀ ਕਰ ਦਿੰਦੇ ਆ, ਭਲੇ ਕੰਮ ਕਰਨੇ ਬੰਦ ਕਰ ਦਿੰਦੇ। ਪਰ ਯਿਸੂ ਮਸੀਹ ਮੋਹ ਤੋਂ ਰਹਿਤ ਸੀਗਾ, ਲੋਭ ਤੋਂ ਰਹਿਤ ਸੀਗਾ ਯਿਸੂ ਮਸੀਹ। ਉਹਨੇ ਲੋਭ ਨਹੀਂ ਕੀਤਾ, ਜਿੰਨਾ ਪੈਸਾ ਉਹਦੇ ਅੱਗੇ ਚੜਾਇਆ ਜਾਂਦਾ ਸੀ, ਹਾਂਜੀ ਲੋਕ ਗੁਥਲੀਆਂ ਦੀਆਂ ਗੁਥਲੀਆਂ ਉਹਦੇ ਅੱਗੇ ਰੱਖ ਜਾਂਦੇ ਸੀਗੇ, ਸੋਨਾ ਚਾਂਦੀ ਪੈਸਾ। ਮੇਰੇ ਜੀਜੋ ਨੇ ਕਿਸੇ ਦੇ ਪੈਸੇ ਨੂੰ ਹੱਥ ਨਹੀਂ ਲਾਇਆ। ਜਿਹੜਾ ਪੈਸਾ ਚੜਦਾ ਸੀ ਸਾਰਾ ਯਹੂਦਾ ਇਸਕਰਿਓਤੀ ਕੋਲ ਰਹਿੰਦਾ ਸੀਗਾ, ਜਿਹੜਾ ਯਹੂਦਾ ਇਸਕਰਿਓਤੀ ਨੇ ਯਿਸੂ ਮਸੀਹ ਨੂੰ ਫੜਵਾਤਾ ਸੀ। 30 ਜਿਹੜੇ ਚਾਂਦੀ ਦੇ ਸਿੱਕਿਆਂ ਦੇ ਵਿੱਚ ਯਿਸੂ ਮਸੀਹ ਨੂੰ ਫੜਵਾਤਾ ਸੀਗਾ। ਉਹਨੇ ਪੈਸੇ ਦਾ ਵੀ ਕਿਸੇ ਦਾ ਲੋਭ ਨਹੀਂ ਕੀਤਾ ਭੈਣੋ ਭਰਾਵੋ, ਕਿਉਂਕਿ ਉਹਨੂੰ ਪੈਸੇ ਦੀ ਜ਼ਰੂਰਤ ਹੀ ਨਹੀਂ ਸੀਗੀ, ਕਿਉਂਕਿ ਪੈਸੇ ਦੀ ਲੋੜ ਤੁਹਾਨੂੰ ਮੈਨੂੰ ਮਨੁੱਖਾਂ ਨੂੰ ਪੈਂਦੀ ਆ, ਕਿਉਂਕਿ ਆਪਾਂ ਜੇ ਇੱਥੋਂ ਕਿਤੇ ਦੂਜੀ ਜਗ੍ਹਾ ਸਫ਼ਰ ਕਰਨਾ ਤੇ ਆਪਾਂ ਨੂੰ ਕਿਰਾਇਆ ਭਾੜਾ ਲਾ ਕੇ ਉੱਥੇ ਪਹੁੰਚਣਾ ਪੈਂਦਾ, ਇਸ ਕਰਕੇ ਪੈਸੇ ਦੀ ਲੋੜ ਮਨੁੱਖਾਂ ਨੂੰ ਆ। ਯਿਸੂ ਮਸੀਹ ਜਦੋਂ ਚੇਲਿਆਂ ਨੂੰ ਲੋਕਾਂ ਨੂੰ ਬਰਕਤ ਦਿੰਦਾ ਸੀ, ਚੰਗੇ ਕਰਦਾ ਸੀ, ਤੇ ਜਦੋਂ ਦੂਜੇ ਨਗਰ 'ਚ ਜਾਣਾ ਹੁੰਦਾ ਸੀ ਤਾਂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਹਿੰਦਾ ਤੁਸੀਂ ਜਾਓ, ਪਹੁੰਚੋ, ਮੈਂ ਆ ਜਾਵਾਂਗਾ ਬਾਅਦ ਦੇ ਵਿੱਚ। ਉਹ ਕਿਸ਼ਤੀ 'ਚ ਜਾਂਦੇ ਸੀ, ਉਹ ਹਾਲੇ ਕਿਸ਼ਤੀ 'ਚ ਉਹਨਾਂ ਨੂੰ 2-4 ਘੰਟੇ 5 ਘੰਟੇ ਲੱਗਦੇ ਸੀ ਜਾਣ ਨੂੰ, ਪਰ ਯਿਸੂ ਮਸੀਹ ਪਾਣੀ ਤੇ ਚੱਲ ਕੇ ਚਲਾ ਜਾਂਦਾ ਸੀ ਮੇਰੇ ਅਜੀਜੋ, ਕਿਉਂਕਿ ਉਹ ਸ੍ਰਿਸ਼ਟੀ ਦਾ ਕਰਤਾ ਧਰਤਾ ਸੀ, ਬਣਾਉਣ ਵਾਲਾ ਰਚਣ ਵਾਲਾ ਸੀਗਾ। ਉਹਨੂੰ ਪੈਸਿਆਂ ਦੇ ਨਾਲ ਉਹਨੇ ਕੰਮ ਨਹੀਂ ਕੀਤੇ, ਉਹਨੇ ਫ੍ਰੀ ਲੋਕਾਂ ਨੂੰ ਚੰਗਾ ਕੀਤਾ ਮੇਰੇ ਅਜੀਜੋ। ਕਿਸੇ ਨੂੰ ਪੈਸਾ ਲੈ ਕੇ ਚੰਗਾ ਨਹੀਂ ਕੀਤਾ ਯਿਸੂ ਮਸੀਹ ਨੇ, ਫ੍ਰੀ 'ਚ ਮੁਕਤੀ ਦਿੱਤੀ, ਫ੍ਰੀ 'ਚ ਛੁਟਕਾਰਾ ਦਿੱਤਾ, ਫ੍ਰੀ 'ਚ ਲੋਕਾਂ ਨੂੰ ਚੰਗਾ ਕੀਤਾ, ਕਿਉਂਕਿ ਯਿਸੂ ਮਸੀਹ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਸੀ।
पैसों की लोड़ मनुखों नूं पैंदी आ। देखो उन्हें पैसे का लोभ नहीं किया। जदों पवित्र बाइबल में असीं पढ़ते हैं, असीं एक आयत नूं पढ़ांगे, मत्ती दी अंजील 17 अध्याय उहदी 24 आयत नूं जदों असीं पढ़ते हैं, जां ओह काफरनाहुम विच आए तां अठन्नी उघारण वाले ने पतरस दे कोल आण के कहा कि तुहाडा गुरु अठन्नी नहीं दिंदा। सो मेरे जीजो उत्थे अठन्नी लैण वाले आए यीशु मसीह दे कोल, ते पवित्र बाइबल जो इस अध्याय नूं असीं पढ़ते हैं, उत्थे यीशु मसीह को एक अठन्नी है नहीं सी उन्हां नूं देण दे लई। फिर सोचो जिहड़ा पैसा चढ़दा सी वो यीशु मसीह कित्थे लै गया, क्योंकि उन्हें किसी दे पैसे का लोभ नहीं किया, पैसे नूं हत्थ नहीं लाया। वो पैसा उहदे चेले यहूदा इस्करियोती दे कोल रहिंदा सी। उस टाइम ते तो 50 पैसे नहीं सीगे। पवित्र बाइबल च लिखिया यीशु मसीह ने उन्होंने कहा, जद वो घर विच आए तद यीशु ने अगों ही उसनूं कहा, शमौन तू की समझदा है जो धरती दे राजे किन्हां दे कोलों कर जां महसूल लैंदे हन, अपने पुत्रां तो जां परायां तो। कहंदा उन्हें पतरस नूं सवाल किया, कहंदा कोई पुत्रां दे कोल भी पैसा दे के उहदा ब्याज लैंदा आ, हां जी, जां पुत्रां नूं भी कर्ज देण दी लोड़ आ है। कहना जे कोई राजे का पुत्र होवे वो राजा अपने पुत्र तो भी टैक्स लऊगा, जां अपने पुत्र तो भी जेड़े मतलब जेड़े बाकियां दे लई कानून बनाए उहदे तो पैसा लेगा। कहना नहीं, पतरस कहना पुत्र तां माफ आ। कहना मैं तां परमेश्वर दे जुबान तो वो जेड़ा सृष्टि दा करता धरता बनाउण वाला मैं तां मालिक हां। कहना मेरे कोल भी यह अठन्नी मंगणगे। हालेलुया। यीशु मसीह ने उत्थे ये जवाब दिता पतरस, ते जदों ये जवाब दिता मेरे जीजो, ते यीशु मसीह ने पतरस नूं कहा, कहना जा झील च जाके कुंडी पा, कहना उत्थे जिहड़ी तैनूं मच्छी मिलूगी ओहदा 1 रुपया उहदे मूँह च तूं पाऊंगा। कहना 50 पैसे अपने दे दी, 50 पैसे मेरे। वो पैसा जिहड़े मेरे जीजो कादा पैसा सीगा, वो अठन्नी कादी सीगी, क्योंकि साल दी साल जिहड़े जाजक हुंदे सीगे, जिहड़े परमेश्वर दे जन हुंदे सीगे, वो साल दी साल बाद लोकां तो 50 पैसे उन्होंने एक लाई सीगी, गराही जिन्हों असीं कह दिंदे हां। वो 50 पैसे उस टाइम ते बड़े हुंदे सी मेरे भैणों भरावो। वो 50 पैसे लैके की करदे सी, वो मंदिर दी मुरम्मत जिद्दां हुण आ ला लो चर्च वा, हां जी, जां कोई भी रब दा घर बनाया धरती दे उत्ते, जिहड़ा यरूशलेम च परमेश्वर दा घर सीगा, ओहदी मुरम्मत करन नूं अठन्नी जिहड़ी सीगी वो इकट्ठी करदे सीगे। पुराने नेम विच परमेश्वर ने यह गल कही सीगी, कहंदा चाहे गरीब होवे चाहे अमीर होवे, वो अठन्नी जरूर दवे परमेश्वर दे लई चुक्कण दी भेंट। अते वो जिहड़ी भेंट सीगी मेरे जीजो वो साल बाद इकट्ठी की जाती सी, ते वो भवन की मुरम्मत करते हुंदे सी उस पैसे दे नाल, जिस भवन दे विच परमेश्वर की उपासना हुंदी सी। ते यीशु मसीह ये गल उत्थे समझाउणी चाहुंदा सी, कहना मेरी तां उपासना करदे इह मंदिर दे अंदर, पर यीशु मसीह नूं पता सी भी संसार तां इदां ही चलना आ। यीशु मसीह ने कानून नूं तोड़िया नहीं अपने बनाए हुए, क्योंकि कानून पवित्र बाइबल च लिखिया रोमियां 13 अध्याय सारे कानून ते सारी व्यवस्था जिहड़ी है परमेश्वर वल्लों आ। 13 अध्याय विच रोमियां च लिखिया सारे उहदे की रहो, अधीन रहो। यीशु मसीह मेरे जीजो पवित्र बाइबल च लिखिया एक गल जिहड़ी उन्हें लोकां नूं कहा सीगा, पुराने नेम दे विच जिहड़ी व्यवस्था लोकां नूं दित्ती सीगी, पवित्र बाइबल च लिखिया मत्ती 5 अध्याय 17 आयत, ए ना समझो पई मैं तुरेत जां नबियां नूं खंडन आया हां, मैं खंडन नहीं सगों पूरियां करन आया हां। क्यों जो मैं तुहानूं सच आखदा हां कि जिन्ना चिर आकाश ते धरती ना टल जाण, एक अखर जां एक बिंदी भी तुरेत दी ना टलेगी जद तिकर सब कुछ पूरा ना होवे। हुण यीशु मसीह ने यह गल कही भी वचन पूरा होना आ। यीशु मसीह ने यह गल पहले ही कही सी भी जिहड़ियां ग्रंथां 'च गल्लां लिखियां, कहंदा मैं उन्हां दे उल्ट तुहानूं खड़ा करन दे लई नहीं आया, मैं उन्होंने अलदण दे लई नहीं आया, मैं बाणी नूं कहंदा पूरा करन लई आया। इंसान पूरा नहीं कर सकदा, जिद्दां परमेश्वर पवित्र वा, असीं उहदी बाणी नूं पढ़ के उत्ते चल के पवित्र हो सकदे आ, उहदी आग्ञा नूं मन के। अज इंसान नूं झूठ बोलना व्यवस्था 'च लिखिया मना आ, जनाह करना मना आ, जिहड़ी 10 हुकम परमेश्वर ने दित्ते सी, चोरी ना कर, तू अपने माँ बाप का आदर कर, तू अपने गवांढी के खिलाफ झूठी गवाही ना दे, तू अपने गवांढी की किसी चीज की लालसा ना कर, हाँ जी, तू उसकी मूरत ना बना परमेश्वर दी, क्योंकि वो अकाल मूरत आ, उसकी कोई मूरत नहीं गी। हालेलुया। सो मेरे भैणों भरावो, ये सारियां गल्लां सानूं समझण दी लोड़ आ। ये सारे हुक्म परमेश्वर दे इंसान ने तोड़े आ धरती दे उत्ते, ओहदी मूरत भी बनाई आ, हाँ जी, धरती उत्ते इंसान ने जनाह भी कीता आ, हाँ जी। अज तुहानूं पता कई तां कुड़ियां मुंडे इदां दे भी आ जिहड़े विआह तो पहले सरीरक संबंध बना लैंदे आ, वो जनाह ही आ, वो पाप आ। अज इस पाप दे नाल सारी सृष्टि भर चुकी आ, हर एक मानव जाति की सोच पुठी हो चुकी है, गंदी हो चुकी है।
विचारधारा ਉਹਦੀ ਜਿਹੜੀ गंदी हो चुकी आ। मेरे भैन भरावो ये ग्रंथां नूं पढ़ना बड़ा सौखा आ पर इनू पूरा करना बड़ा औखा। वो पूरा मेरे जीजो तुहाडे ते मेरे लिए यीशु मसीह ने कीता। कहना मैं ग्रंथां नूं ये ना समझो मैं नबियां दीयां गल्लां नूं ग्रंथां नूं खंडण आया। कहना मैं इनू पूरा करना आया। कहना मैं रद्द करन दे लई आया। जो कुछ कहंदा पवित्र ग्रंथां च लिखिया आ कहना मैं इनू पूरा करन लई आया। ਜਿਹੜੀ चीज़ नूं मेरे जीजो तुसीं तां मैं पूरा नहीं कर सकदे। ਅਸੀਂ शादी भी करते हैं, ਅਸੀਂ लोभ भी करते हैं, ਅਸੀਂ घर गृहस्थी भी बनाते हैं। ਇਹਦਾ मतलब ये साबित ਹੁੰਦਾ ਅਸੀਂ पापी हाँ ਤੇ परमेश्वर ਇਹਨਾਂ ਚੀਜ਼ਾਂ ਚੋਂ ਰਹਿਤ ਵਾ। ਮੇਰੇ ਜੀਜੋ ਯਿਸੂ ਮਸੀਹ ਨੇ ਕਿਸੇ ਦੇ ਪੈਸੇ ਦਾ ਲੋਭ ਨਹੀਂ ਕੀਤਾ। ਤੁਸੀਂ ਸੋਚੋ ਉਸ ਟਾਈਮ ਤੇ ਜਿਹੜਾ ਧਨ ਚੜਿਆ ਕਿੱਥੇ ਗਿਆ, ਕਿਉਂਕਿ ਯਿਸੂ ਮਸੀਹ ਨੂੰ ਕੋਈ ਲਾਲਚ ਨਹੀਂ ਸੀ ਕਿਸੇ ਦੇ ਪੈਸੇ ਦਾ। ਨਾ ਉਹਨੂੰ ਪੈਸਾ ਚਾਹੀਦਾ ਸੀ ਕਿਉਂਕਿ ਉਹ ਸ੍ਰਿਸ਼ਟੀ ਦਾ ਕਰਤਾ ਧਰਤਾ ਸੀ। ਉਹ ਤਾਂ ਹੁਕਮ ਕਰਦਾ ਸੀ ਤਾਂ ਕੰਮ ਹੋ ਜਾਂਦਾ ਸੀ। ਉਹ ਸਮੁੰਦਰ ਨੂੰ ਹੁਕਮ ਕਰਦਾ ਸੀ, ਤੂਫਾਨ ਨੂੰ, ਉਹ ਸ਼ਾਂਤ ਹੋ ਜਾਂਦਾ ਸੀ। ਉਹਨੇ 5 ਰੋਟੀਆਂ ਤੇ 2 ਮੱਛੀਆਂ ਤੋਂ 5000 ਲੋਕਾਂ ਤੋਂ ਉੱਤੇ ਲੋਕਾਂ ਨੂੰ ਰਜਾਤਾ। ਉਹਨੂੰ ਨਾ ਤਾਂ ਧਰਤੀ, ਉਹ ਕਹਿੰਦਾ ਜਿੱਥੇ ਨਹੀਂ ਵੀ ਬੀਜਦਾ ਉਹ ਉੱਥੋਂ ਵੀ ਵੱਢਣ ਦੀ ਸਾਮਰਥ ਰੱਖਦਾ ਹੈ ਪਰਮੇਸ਼ਵਰ। ਉਹਨੂੰ ਮਨੁੱਖਾਂ ਵਾਂਗੂ ਬੀਜਣ ਦੀ ਲੋੜ ਨਹੀਂ ਵੀ ਬੀਜੇ ਤਾਂ ਫੇਰ ਹੀ ਵੱਢਣਾ ਆ। ਹਾਲੇਲੂਇਆ। ਪਰ ਮੇਰੇ ਜੀਜੋ परमेश्वर ਧਰਤੀ ਤੇ ਆਇਆ, ਉਹਨੇ ਸਾਰੀਆਂ ਵਿਧੀਆਂ ਨੂੰ ਪੂਰਾ ਕੀਤਾ ਜਿਹੜਾ ਇਨਸਾਨ ਅੱਜ ਤੁਸੀਂ ਤਾਂ ਮੈਂ ਪੂਰਾ ਨਹੀਂ ਕਰ ਸਕਦੇ। ਅਸੀਂ ਨਾ 5 ਤੱਤਾਂ ਦੀ ਚਪੇੜ 'ਚ ਆਏ ਆ। ਅਸੀਂ ਹੰਕਾਰ ਕਰਦੇ ਆ। ਲਾਸਟ ਆਇਤ ਯਿਸੂ ਮਸੀਹ ਨੇ ਹੰਕਾਰ ਨਹੀਂ ਕੀਤਾ। ਉਹ ਏਡੀ ਵੱਡੀ ਤਾਕਤ ਸੀ ਜਿਹਨੇ ਮੁਰਦੇ ਜਿੰਦਾ ਕਰਤੇ, ਲੰਗੜੇ ਚਲਾਏ, ਅੰਨਿਆਂ ਨੂੰ ਅੱਖਾਂ ਦਿੱਤੀਆਂ। ਉਸ ਪਾਵਰ ਦੇ ਨਾਲ ਜਿਹਨੇ ਦੂਜਿਆਂ ਨੂੰ ਚੰਗਾ ਕੀਤਾ, ਉਸ ਪਾਵਰ ਦਾ ਹੰਕਾਰ ਕਰਕੇ ਉਹ ਆਪਣੇ ਆਪ ਨੂੰ ਵੀ ਬਚਾ ਸਕਦਾ ਸੀਗਾ। ਕੋਈ ਨਾ ਉਹਨੂੰ ਕਰੂਸ ਤੇ ਚਾੜ ਸਕਦਾ ਸੀਗਾ, ਉਹ ਆਪਣੇ ਆਪ ਦਾ ਵੀ ਬਚਾਅ ਕਰ ਸਕਦਾ ਸੀ। ਪਰ ਮੇਰੇ ਜੀਜੋ ਨੇ ਆਪਣੀਆਂ ਸਾਰੀਆਂ ਸ਼ਕਤੀਆਂ, ਸਾਰੀ ਪਾਵਰ ਤੁਹਾਨੂੰ ਤਾਂ ਮੈਨੂੰ ਬਚਾਉਣ ਤੇ ਲਾਈ, ਨਾ ਕਿ ਆਪਣੇ ਆਪ ਨੂੰ ਬਚਾਉਣ ਦੇ ਉੱਤੇ। ਉਹਨੂੰ ਪਤਾ ਸੀ ਮੈਂ ਤਾਂ ਮੁਰਦਿਆਂ ਵਿੱਚੋਂ ਜੀ ਉੱਠਣਾ ਆ। ਮਰ ਤਾਂ ਇਹ ਰਹੇ ਆ ਪਾਪਾਂ 'ਚ, ਇਹਨਾਂ ਦੇ ਪਾਪਾਂ ਲਈ ਮੈਨੂੰ ਕੀ ਕਰਨਾ ਪੈਣਾ, ਸੂਲੀ ਤੇ ਚੜਨਾ ਪੈਣਾ। ਮੇਰੇ ਭੈਣੋ ਭਰਾਵੋ, ਯਿਸੂ ਮਸੀਹ ਨੇ ਆਪਣੀਆਂ ਸ਼ਕਤੀਆਂ ਦਾ ਹੰਕਾਰ ਨਹੀਂ ਕੀਤਾ, ਆਪਣੇ ਉੱਚੇ ਅਹੁਦੇ ਦਾ ਹੰਕਾਰ ਨਹੀਂ ਕੀਤਾ। ਬਾਈਬਲ 'ਚ ਲਿਖਿਆ ਉਹ ਸਭ ਚੀਜ਼ਾਂ ਦਾ ਮਾਲਕ ਹੋ ਕੇ ਨੌਕਰ ਬਣ ਗਿਆ। ਸਭ ਚੀਜ਼ਾਂ ਦਾ ਮਾਲਕ ਸੀ, ਪਰ ਉਹ ਧਰਤੀ ਤੇ ਆ ਕੇ ਤੁਹਾਡੇ ਮੇਰੇ ਲਈ ਮੇਰੇ ਜੀਜੋ ਉਹਨੇ ਨੌਕਰ ਬਣ ਕੇ ਤੁਹਾਡੀ ਮੇਰੀ ਸੇਵਾ ਕੀਤੀ। ਬਾਈਬਲ 'ਚ ਲਿਖਿਆ ਉਹ ਚੇਲਿਆਂ ਦੇ ਵੀ ਪੈਰ ਧੋਤੇ ਯਿਸੂ ਮਸੀਹ ਨੇ। ਹਾਲੇਲੂਇਆ। ਉਹਨੇ ਆਪਣੇ ਆਪ ਨੂੰ ਅਧੀਨ ਕੀਤਾ। ਹਾਲੇਲੂਇਆ। ਅੱਜ ਲੋਕੀ ਇਸ ਚੀਜ਼ ਨੂੰ ਸਮਝ ਨਹੀਂ ਰਹੇ ਮੇਰੇ ਅਜੀਜੋ। ਹਾਲੇਲੂਇਆ। ਸੋ ਮੇਰੇ ਭੈਣੋ ਭਰਾਵੋ, ਪ੍ਰਭੂ ਯਿਸੂ ਮਸੀਹ 5 ਤੱਤਾਂ ਤੋਂ ਰਹਿਤ ਸੀ, ਉਹਨੇ ਹੰਕਾਰ ਨਹੀਂ ਕੀਤਾ। ਅੱਜ ਤੁਹਾਡੇ ਮੇਰੇ ਤੋਂ ਕੋਈ ਪਾਵਰ ਵਾ ਨਾ, ਜੇ ਸਾਡੀ ਕੋਈ ਡੀਸੀ ਦੇ ਨਾਲ ਵਾਕਵੀ ਆ, ਉਹ ਇੱਕ ਸਾਡੀ ਤਾਕਤ ਬਣ ਜਾਂਦੀ ਆ। ਕੋਈ SHO ਦੇ ਨਾਲ ਵਾਕਵੀ ਆ, ਕੋਈ CM ਦੇ ਨਾਲ ਵਾਕਵੀ ਆ, ਤੇ ਅਸੀਂ ਕੋਈ ਗਲਤ ਕੰਮ ਵੀ ਕਰ ਲਈਏ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ। ਸਾਨੂੰ ਪਤਾ ਜੀ ਫੋਨ ਕਰਕੇ ਨਿਕਲ ਜਾਣਾ ਸਿਫਾਰਿਸ਼ ਪਵਾ ਕੇ। ਤੇ ਸੋਚੋ ਜੇ ਅਸੀਂ ਇਹ ਤਾਕਤ ਦੇ ਨਾਲ ਆਪਣਾ ਬਚਾਓ ਕਰ ਲੈਂਦੇ ਆ, ਇੱਕ ਫੋਨ ਕਰਾ ਕੇ ਛੁੱਟ ਜਾਂਦੇ ਆ, ਚਾਹੇ ਕਾਨੂੰਨ ਦੀ ਉਲੰਘਣਾ ਕਰਕੇ ਵੀ ਬਚ ਜਾਂਦੇ ਆ, ਤੇ ਯਿਸੂ ਮਸੀਹ ਮੇਰੇ ਜੀਜੋ ਜਿਹੜੀ ਏਡੀ ਵੱਡੀ ਹਸਤੀ ਸੀ, ਤੇ ਕੀ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਸੀਗਾ? ਪਰ ਉਹਨੇ ਆਪਣੀ ਤਾਕਤ ਦਾ ਹੰਕਾਰ ਨਹੀਂ ਕੀਤਾ ਮੇਰੇ ਭੈਣੋ ਭਰਾਵੋ। ਉਹਨੇ ਉਸ ਪਾਵਰ ਨੂੰ ਆਪਣੇ ਆਪ ਨੂੰ ਬਚਾਉਣ ਤੇ ਨਹੀਂ, ਉਹਨੇ ਤੁਹਾਨੂੰ ਤਾਂ ਮੈਨੂੰ ਬਚਾਉਣ ਦੇ ਲਈ ਆਪਣੀ ਸਾਰੀ ਸ਼ਕਤੀ ਨੂੰ ਦੇ ਦਿੱਤਾ। ਉਹ ਮੌਤ ਨਾਲ ਵੀ ਲੜ ਗਿਆ ਅਤੇ ਉਹਨੇ ਮੌਤ ਨੂੰ ਤੁਹਾਡੀ ਤਾਂ ਮੇਰੀ ਨੂੰ ਆਪਣੇ ਤੇ ਲੈ ਲਿਆ, ਤੁਹਾਡੇ ਮੇਰੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ। ਕਿਉਂਕਿ ਬਾਈਬਲ ਦੱਸਦੀ ਪਾਪ ਦੀ ਮਜ਼ਦੂਰੀ ਮੌਤ ਆ। ਇਨਸਾਨ ਕਿਉਂ ਮਰਦਾ ਆ? ਕਿਉਂਕਿ ਇਨਸਾਨ ਪਾਪ ਕਰਦਾ। ਪਾਪ ਦੇ ਕਰਕੇ ਪਾਪੀ ਨੂੰ ਮਰਨਾ ਪੈਂਦਾ। ਯਿਸੂ ਨੇ ਕੋਈ ਪਾਪ ਨਹੀਂ ਕੀਤਾ ਸੀ, ਉਹ ਤੁਹਾਡੇ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ। ਉਹਨੇ ਸਾਡੀ ਮੌਤ ਵੀ ਆਪਣੇ ਤੇ ਲੈ ਲਈ। ਮੌਤ ਨੂੰ ਉਹਨੇ ਨਿਗਲ ਲਿਆ। ਪਵਿੱਤਰ ਬਾਈਬਲ 'ਚ ਲਿਖਿਆ ਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ। ਜਿਹੜੀ ਮੌਤ ਪਾਪੀਆਂ ਨੂੰ ਨਿਗਲ ਰਹੀ ਆ, ਉਹ ਪਾਪੀ ਪਾਪ ਕਰਦੇ ਤਾਂ ਮੌਤ ਉਹਨਾਂ ਨੂੰ ਆ ਜਾਂਦੀ ਆ, ਪਾਪੀ ਮਰ ਜਾਂਦੇ ਆ। ਪਰ ਮੇਰੇ ਜੀਜੋ ਜਿਹੜੀ ਮੌਤ ਮਨੁੱਖਾਂ ਨੂੰ ਨਿਗਲ ਰਹੀ ਸੀਗੀ, ਯਿਸੂ ਮਸੀਹ ਨੇ ਉਸ ਮੌਤ ਨੂੰ ਨਿਗਲ ਲਿਆ। ਪਵਿੱਤਰ ਬਾਈਬਲ 'ਚ ਲਿਖਿਆ ਉਹਨੇ ਉਸ ਮੌਤ ਨੂੰ ਨਿਗਲ ਲਿਆ, ਆਪਣੇ ਤੇ ਲੈ ਲਿਆ। ਅੱਜ ਦੇਖੋ ਮੌਤ ਲੋਕਾਂ ਨੂੰ ਨਿਗਲ ਰਹੀ ਆ। ਇਹ ਪਤਾਲ ਦਾ ਢਿੱਡ ਨਹੀਂ ਭਰਦਾ ਪਿਆ। ਕਿੰਨੇ ਲੋਕੀ ਅੱਜ ਬਿਮਾਰੀ ਨਾਲ ਮਰ ਰਹੇ ਆ। ਪਰ ਜਦੋਂ ਅਸੀਂ ਪਵਿੱਤਰ ਬਾਈਬਲ, ਨਬੀਆਂ ਨੂੰ ਵੀ ਮਰਨਾ ਪਿਆ। ਇੱਕ ਯਿਸੂ ਮਸੀਹ ਸੀ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ। ਕਿਉਂਕਿ ਮੇਰੇ ਜੀਜੋ ਉਹ 5 ਤੱਤਾਂ ਤੋਂ ਰਹਿਤ ਸੀ। ਮੁਰਦਿਆਂ ਵਿੱਚੋਂ ਜੀ ਉੱਠਣ ਦਾ ਕਾਰਨ ਇਹ ਸੀ ਉਹ ਪਵਿੱਤਰ ਸੀਗਾ। ਉਹ 5 ਤੱਤਾਂ ਤੋਂ ਰਹਿਤ ਸੀ ਤੇ ਮੁਰਦਿਆਂ ਵਿੱਚੋਂ ਜੀ ਉੱਠਿਆ। ਮੇਰੇ ਭੈਣ ਭਰਾਵੋ, ਇੱਕ ਗੱਲ ਨੂੰ ਹੋਰ ਮੈਂ ਪੜਾਂਗਾ। ਉਹ ਪਾਪਾਂ ਨੂੰ ਮਾਫ ਕਰਨ ਵਾਲਾ ਸੀ, ਕਹਿੰਦੇ ਪਰਮੇਸ਼ਰ ਆ। ਤੇ ਯਿਸੂ ਮਸੀਹ ਧਰਤੀ ਉੱਤੇ ਕਹਿੰਦਾ ਮੈਨੂੰ ਪਾਪ ਮਾਫ ਕਰਨ ਦਾ ਅਧਿਕਾਰ ਆ। ਜਦੋਂ ਮਰਕਸ 2 ਅਧਿਆਇ ਅਸੀਂ ਪੜ੍ਹਦੇ ਆ, ਇੱਕ ਅਧਰੰਗੀ ਨੂੰ ਜਦੋਂ ਉਹਦੇ ਕੋਲ ਚੱਕ ਕੇ ਲੈ ਕੇ ਆਏ ਤਾਂ ਯਿਸੂ ਮਸੀਹ ਨੇ ਅਧਰੰਗੀ ਨੂੰ ਕਿਹਾ, ਕਹਿੰਦਾ ਆਪਣੀ ਮੰਜੀ ਚੱਕ ਤਾਂ ਜਾ, ਘਰ ਨੂੰ ਜਾ। ਕਹਿੰਦਾ ਜਾ ਪੁੱਤ, ਤੇਰੇ ਪਾਪ ਕੀ ਹੋਏ? ਮਾਫ ਹੋਏ। ਤੇ ਯਹੂਦੀ ਤੇ ਫਰੀਸੀ ਜਿਹੜੇ ਉੱਥੇ ਖੜੇ ਸੀ ਕਹਿੰਦੇ ਇਹ ਤਾਂ ਕੁਫਰ ਬਕਦਾ ਆ। ਹਾਂਜੀ, ਇਹ ਜੋ ਇਹਦੇ ਮੂੰਹ ਚ ਆਉਂਦਾ ਕਹਿ ਦਿੰਦਾ ਆ। ਕਹਿੰਦੇ ਇਹ ਕੁਫਰ ਬਕਦਾ ਆ। ਇੱਕ ਪਰਮੇਸ਼ਵਰ ਤੋਂ ਇਲਾਵਾ ਕੌਣ ਕਿਸੇ ਦੇ ਪਾਪ ਮਾਫ ਕਰ ਸਕਦਾ ਆ? ਪਰ ਉਹ ਨਹੀਂ ਜਾਣਦੇ ਸੀਗੇ
ਵੀ ਯीशु ਮਸੀਹ ਉਹੀ ਆ ਜਿਹਨੇ ਸ਼ਬਦ ਦੇ ਨਾਲ ਸ੍ਰਿਸ਼ਟੀ ਨੂੰ ਰਚਿਆ ਸੀ ਪਰਮੇਸ਼ਰ ਨੇ, ਅਤੇ ਸ਼ਬਦ ਦੇ ਰਾਹੀਂ ਜੇ ਸਾਰਾ ਕੁਝ ਬਣਾਇਆ ਗਿਆ ਤੇ ਸ਼ਬਦ ਦੇ ਰਾਹੀਂ ਯीशु ਮਸੀਹ ਦੇ ਰਾਹੀਂ ਪਰਮੇਸ਼ਰ ਨੇ ਮੁਕਤੀ ਦਿੱਤੀ। ਸੋ ਮੇਰੇ ਜੀਜੋ, ਉਹ ਕਹਿੰਦਾ ਮੈਨੂੰ ਪਾਪ ਮਾਫ ਕਰਨ ਦਾ ਮਰਕੁਸ 2 ਅਧਿਆਇ ਵਿੱਚ ਲਿਖਿਆ, ਕਹਿੰਦਾ ਮੈਨੂੰ ਅਖਤਿਆਰ ਆ। ਜੇ ਮੇਰੇ ਜੀਜੋ CM ਜਿਹੜਾ ਨਾ CM ਪ੍ਰਧਾਨ ਮੰਤਰੀ, ਜੇ ਉਹਦਾ ਡਰ ਲੋਕੀ ਨਾ ਮੰਨਦੇ ਆ ਧਰਤੀ ਦੇ ਉੱਤੇ, ਉਹ ਪੁਲਿਸ ਵਾਲਿਆਂ ਨੂੰ ਫੋਨ ਕਰੇ ਤਾਂ ਉਹਦੀ ਗੱਲ ਮੰਨਦੇ ਆ, ਤੇ ਉਹਦਾ ਮੁੰਡਾ ਫੋਨ ਕਰੇ ਤਾਂ ਉਹਦੀ ਵੀ DC ਗੱਲ ਮੰਨੂਗਾ। ਉਹ ਇਹ ਨਹੀਂ ਕਹੂਗਾ ਵੀ ਭਾਈ ਪ੍ਰਧਾਨ ਮੰਤਰੀ ਨਾਲ ਗੱਲ ਕਰਾ, ਉਹਦੀ ਵੀ ਗੱਲ ਉਨੀ ਮੰਨੂਗਾ ਜਿੰਨੀ ਪ੍ਰਧਾਨ ਮੰਤਰੀ ਦੀ ਮੰਨੇਗਾ। ਇਸ ਤਰ੍ਹਾਂ ਮੇਰੇ ਜੀਜੋ, ਯਿਸੂ ਮਸੀਹ ਪਰਮੇਸ਼ਰ ਦੇ ਮੂੰਹ ਚੋਂ ਨਿਕਲਿਆ ਸ਼ਬਦ ਸੀ, ਅਤੇ ਸ਼ਬਦ ਹੀ ਬਾਈਬਲ 'ਚ ਲਿਖਿਆ ਪਰਮੇਸ਼ਰ ਆ। ਅਸੀਂ ਉਸ ਸ਼ਬਦ ਨੂੰ ਜਪ ਕੇ ਹੀ ਕੀ ਕਰ ਸਕਦੇ ਆ? ਆਪਣੇ ਪਾਪਾਂ ਦੀ ਮਾਫੀ ਨੂੰ ਪਾ ਸਕਦੇ ਆ ਤੇ ਮੁਕਤੀ ਪਾ ਸਕਦੇ ਆ। ਅਸੀਂ ਇੱਕ ਆਇਤ ਨੂੰ ਹੋਰ ਪੜਾਂਗੇ, ਖੁਦਾ ਬੜੀ ਬਰਕਤ ਤੇ ਆਸ਼ੀਸ਼ ਦੇ। ਯੋਹੰਨਾ ਦੀ ਇੰਜੀਲ 10 ਅਧਿਆਇ ਉਹਦੀ 17 ਤੇ 18 ਆਇਤ। ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ ਕਿ ਮੈਂ ਆਪਣੀ ਜਾਨ ਦਿੰਦਾ ਹਾਂ ਤਾਂ ਜੋ ਉਹਨੂੰ ਫੇਰ ਲਵਾਂ। ਕੋਈ ਉਸ ਨੂੰ ਮੇਰੇ ਤੋਂ ਖੋਹਦਾ ਨਹੀਂ, ਪਰ ਮੈਂ ਆਪੇ ਹੀ ਉਸ ਨੂੰ ਦਿੰਦਾ ਹਾਂ। ਮੇਰਾ ਅਖਤਿਆਰ ਹੈ ਜੋ ਉਹਨੂੰ ਦੇਵਾਂ, ਅਤੇ ਮੇਰਾ ਅਖਤਿਆਰ ਹੈ ਜੋ ਉਹਨੂੰ ਫੇਰ ਲਵਾਂ। ਇਹ ਹੁਕਮ ਮੈਂ ਆਪਣੇ ਪਿਤਾ ਕੋਲੋਂ ਪਾਇਆ ਹੈ। ਹਾਲੇਲੂਇਆ। ਸੋ ਮੇਰੇ ਜੀਜੋ, ਕਹਿੰਦਾ ਮੈਨੂੰ ਅਖਤਿਆਰ ਆ, ਕੋਈ ਮੇਰੇ ਤੋਂ ਮੇਰੀ ਜਾਨ ਨਹੀਂ ਲੈ ਸਕਦਾ। ਕਹਿੰਦਾ ਮੈਂ ਖੁਦ ਆਪਣੀ ਜਾਨ ਤੁਹਾਡੇ ਪਾਪਾਂ ਲਈ ਦਿੰਦਾ ਆ, ਤੇ ਕਹਿੰਦਾ ਮੈਨੂੰ ਦੇਣ ਦਾ ਵੀ ਅਖਤਿਆਰ ਆ, ਤਾਂ ਕਹਿੰਦਾ ਇਸ ਜਾਨ ਨੂੰ ਵਾਪਸ ਲੈਣ ਦਾ ਵੀ ਅਖਤਿਆਰ ਆ। ਜਿੱਦਾਂ ਪਰਮੇਸ਼ਰ ਨੂੰ ਮੁਰਦੇ ਜਿੰਦਾ ਕਰਨ ਦਾ ਅਖਤਿਆਰ ਆ ਮੇਰੇ ਅਜੀਜੋ, ਯीशु ਮਸੀਹ ਕਹਿੰਦਾ ਮੈਨੂੰ ਵੀ ਅਖਤਿਆਰ ਆ। ਜਿੱਦਾਂ ਪਰਮੇਸ਼ਰ ਅਮਰ ਵਾ, ਯीशु ਮਸੀਹ ਵੀ ਅਮਰ ਵਾ। ਉਹਨੇ ਜਾਨ ਦਿੱਤੀ। ਜਿੱਦਾਂ ਪਰਮੇਸ਼ਰ ਨੂੰ ਸਾਡੀ ਜਾਨ ਲੈਣ ਦਾ ਅਖਤਿਆਰ ਆ, ਉਹ ਜਾਨ ਲੈ ਵੀ ਸਕਦਾ ਆ, ਉਹ ਸਾਡੀ ਜਾਨ ਵਾਪਸ ਵੀ ਕਰ ਸਕਦਾ ਆ। ਕਹਿੰਦਾ ਇਹ ਅਖਤਿਆਰ ਯीशु ਮਸੀਹ ਕਹਿੰਦਾ ਮੇਰੇ ਕੋਲ ਵੀ ਆ। ਇਹਨਾਂ ਅਖਤਿਆਰਾਂ ਤੋਂ ਸਮਝੋ ਮੇਰੇ ਅਜੀਜੋ, ਯीशु ਮਸੀਹ ਹੀ ਪਰਮੇਸ਼ਰ ਆ। ਮੇਰੇ ਜੀਜੋ, 5 ਤੱਤਾਂ ਤੋਂ ਰਹਿਤ ਸ੍ਰਿਸ਼ਟੀ ਕਰਤਾ ਉਹ ਆ, 5 ਤੱਤਾਂ ਤੋਂ ਰਹਿਤ ਉਹ ਆ। ਹਾਲੇਲੂਇਆ। ਅਤੇ ਉਹ ਸ਼ਬਦ ਵਾ ਜਿਹੜਾ ਪਰਮੇਸ਼ਰ ਦੇ ਮੂੰਹ ਚੋਂ ਨਿਕਲਿਆ। ਹਾਲੇਲੂਇਆ। ਪ੍ਰਭੂ ਯीशु ਮਸੀਹ ਕੇ ਨਾਮ ਕੀ ਜੈ। ਖੁਦਾ ਤੁਹਾਨੂੰ ਇਸ ਵਚਨ ਨੂੰ ਹੋਰ ਸਮਝਣ ਦੇ ਵਿੱਚ ਤੁਹਾਡੀ ਮਦਦ ਕਰੇ। ਤੁਸੀਂ ਪਵਿੱਤਰ ਬਾਈਬਲ ਨੂੰ ਚੱਕੋ ਮੇਰੇ ਭੈਣੋ ਭਰਾਵੋ, ਉਹਨੂੰ ਪੜ੍ਹੋ। ਇਸ ਤਰ੍ਹਾਂ ਅਸੀਂ ਪੜ੍ਹ ਕੇ ਜਾਣ ਸਕਦੇ ਹਾਂ ਤਾਂ ਪਰਮੇਸ਼ਰ ਨੂੰ ਪਹਿਚਾਣ ਵੀ ਸਕਦੇ ਹਾਂ। ਤੇ ਇਸ ਤਰ੍ਹਾਂ ਬਾਈਬਲ ਵਿੱਚ ਜਿਹੜੀ ਆਇਤ ਹੈ ਮੇਰੇ ਜੀਜੋ, ਯੋਹੰਨਾ 4:22, ਉੱਥੇ ਲਿਖਿਆ ਆ ਅਸੀਂ ਉਹਦੀ ਭਗਤੀ ਕਰਦੇ ਹਾਂ ਜਿਹਨੂੰ ਜਾਣਦੇ ਆ। ਕਹਿੰਦਾ ਤੁਸੀਂ ਉਹਦੀ ਭਗਤੀ ਕਰਦੇ ਜਿਹਨੂੰ ਤੁਸੀਂ ਨਹੀਂ ਜਾਣਦੇ। ਅੱਜ ਲੋਕ ਉਹਨਾਂ ਚੀਜ਼ਾਂ ਦੀ ਮਾਨਤਾ ਭਗਤੀ ਕਰੀ ਜਾਂਦੇ ਜਿਨ੍ਹਾਂ ਦਾ ਇਤਿਹਾਸ ਉਹ ਜਾਣਦੇ ਹੀ ਨਹੀਂਗੇ। ਇਹ ਬਹੁਤ ਖਤਰਨਾਕ ਗੱਲ ਆ, ਅਤੇ ਇਹਨਾਂ ਗੱਲਾਂ ਕਰਕੇ ਲੋਕ ਅੱਜ ਆਪਣੇ ਪਾਪਾਂ 'ਚ ਮਰ ਰਹੇ ਆ, ਆਪਣੀਆਂ ਬਿਮਾਰੀਆਂ 'ਚ ਮਰ ਰਹੇ ਆ, ਅਤੇ ਉਹ ਚੀਜ਼ਾਂ ਤੋਂ ਉਹਨਾਂ ਨੂੰ ਛੁਟਕਾਰਾ ਨਾ ਤਾਂ ਕਿਸੇ ਨੂੰ ਮਿਲਿਆ ਆ ਤੇ ਨਾ ਆਉਣ ਵਾਲੇ ਸਮੇਂ 'ਚ ਮਿਲ ਸਕਦਾ ਆ। ਛੁਟਕਾਰਾ ਦੇਣ ਵਾਲਾ ਪ੍ਰਭੂ ਯीशु ਮਸੀਹ ਆ, ਮੁਕਤੀ ਦੇਣ ਵਾਲਾ ਪ੍ਰਭੂ ਯीशु ਮਸੀਹ ਆ, 5 ਤੱਤਾਂ ਤੋਂ ਰਹਿਤ ਪ੍ਰਭੂ ਯीशु ਮਸੀਹ ਆ, ਪਾਪ ਮਾਫ ਕਰਨ ਵਾਲਾ ਪ੍ਰਭੂ ਯीशु ਮਸੀਹ ਆ। ਹਾਲੇਲੂਇਆ। ਅਤੇ ਇਹ ਸਾਰੀਆਂ ਚੀਜ਼ਾਂ ਸਾਬਤ ਕਰਦੀਆਂ ਆ ਯीशु ਮਸੀਹ ਹੀ ਪਰਮੇਸ਼ਰ ਆ। ਇਦਾਂ ਅਸੀਂ ਪੜ੍ਹ ਕੇ ਪਵਿੱਤਰ ਬਾਈਬਲ ਦੀ ਪਹਿਚਾਣ ਕਰ ਸਕਦੇ ਹਾਂ ਯीशु ਮਸੀਹ ਹੀ ਪਰਮੇਸ਼ਰ ਆ। ਸੋ ਖੁਦਾ ਤੁਹਾਨੂੰ ਇਸ ਵਚਨ ਦੇ ਪੜ੍ਹੇ ਜਾਣੇ, ਬੋਲੇ ਜਾਣੇ ਤੇ ਬੜੀ ਬਰਕਤ ਤੇ ਆਸ਼ੀਸ਼ ਦੇਵੇ।